एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप जप आद सच जुगाद सच है भी सच नानक होसी भी सच चक्र चिहन हर बरन जात हर पात नहिन जेह रूप रंग हर रेख भेख को कह ना सकत केह अचल मूरत अनुभव प्रकाश अमितोज कहिजै कोट इंद्र इंद्राण साहे साहान गणिजै त्रिभुवन महीप सुर नर असुर नेत नेत बन तृण कहत त्वै सर्वनाम कथै कवन कर्म नाम बरनत सुमत एक मन पुरख ध्याई बरदाता संत सहार सदा बख्याता तास चरण ले हृदय बसावो तौ परम गुरु नानक गुण गावो गावो गुण परम गुरु सुख सागर दुरत निवारण शब्द सरे गावह गंभीर तीर मत सागर जोगी जंगम ध्यान तरे गावह इंद्राद भगत प्रहलादक आत्म रस जिन जाण्यो कब कल सजस गावो गुरु नानक राज जोग जिन माण्यो सजन सचा पातशाहो सिर शाहां दै शाहो जिस पास बैठिया सोहीए सबना दा वेसा जिस पास बैठिया सोहीए सबना दा वेसा सतनाम श्री वाहिगुरु साहिब जी हर मंदर एहो जगत है गुर बिन कोर अंधार दूजा पाओ कर पूज दे मन मुख अंध गवार। वाहिगुरु जी का खालसा वाहिगुरु जी की फतेह। परम सन्मान योग सतगुरु जी की साजी और निवाजी हुई गुरु स्वरूप गुरु खालसा साध संगत जी आप जी सरबत गुर सिख संगतां वडभागी हो। अमृत वेले दे
ਪਾਵਨ ਪਵਿੱਤਰ ਸਜੇ ਦਰਬਾਰਾਂ ਅੰਦਰ ਸਾਹਿਬ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਪਾਸ ਜੁੜ ਕੇ ਅੰਮ੍ਰਿਤ ਗੁਰਬਾਣੀ ਦੇ ਨਿਤਨੇਮ ਸਮੂਹ ਸੰਗਤਾਂ ਨੇ ਪ੍ਰੇਮ ਅਦਬ ਸਹਿਤ ਸਰਵਣ ਕੀਤੇ ਹਨ। ਉਪਰੰਤ ਲੜੀਵਾਰ ਪਾਵਨ ਗੁਰਬਾਣੀ ਦੀ ਚੱਲ ਰਹੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਪ੍ਰੇਮ ਮੰਦਰ ਆਪ ਜੀ ਭਿਜ ਬੈਠੇ ਹੋ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰੀਏ। ਮਨ ਦੀ ਇਕਾਗਰਤਾ ਬਣਾਉਣ ਲਈ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਸਹਿਤ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਮੰਦਰ ਇਹੋ ਜਗਤ ਹੈ, ਗੁਰ ਬਿਨ ਘੋਰ ਅੰਧਾਰ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪ੍ਰਭਾਤੀ ਰਾਗ ਅੰਦਰ ਆਪ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ਼ਬਦ ਦੇ ਪੰਜਵੇਂ ਬੰਦ ਦੇ ਅੰਦਰ ਮਹਾਰਾਜ ਰਹਿਮਤ ਕਰ ਰਹੇ ਨੇ। ਇਹ ਜਿਤਨਾ ਜਗਤ ਸੰਸਾਰ ਹੈ ਇਹ ਵੀ ਹਰੀ ਦਾ ਹੀ ਮੰਦਰ ਹੈ। ਕਿਉਂਕਿ ਪਹਿਲੀਆਂ 4 ਪੌੜੀਆਂ ਦੇ ਅੰਦਰ ਸਰੀਰ ਨੂੰ ਹਰੀ ਮੰਦਰ ਦਾ ਕਹਿ ਕੇ ਮਹਾਰਾਜ ਨੇ ਉਪਦੇਸ਼ ਦਿੱਤਾ। ਇਹ ਸਰੀਰ ਹਰੀ ਦਾ ਮੰਦਰ ਹੈ। ਹੁਣ ਵਿਅਸ਼ਟੀ ਰੂਪ ਦੇ ਅੰਦਰ ਜਿਹੜਾ ਜਗਤ ਹੈ ਇਹ ਜਗਤ ਵੀ ਹਰੀ ਦਾ ਹੀ ਮੰਦਰ ਹੈ, ਪਰਮੇਸ਼ਰ ਦਾ ਘਰ। ਘਰ ਉਹ ਥਾਂ ਹੈ ਜਿੱਥੇ ਮਨੁੱਖ ਰਹਿੰਦਾ ਹੈ। ਜਿਸ ਜਗ੍ਹਾ ਤੇ ਪਰਮੇਸ਼ਰ ਦਾ ਵਾਸਾ ਹੈ ਉਹ ਵੀ ਪਰਮੇਸ਼ਰ ਦਾ ਘਰ ਹੈ। ਭਾਵੇਂ ਕਿ ਮਨੁੱਖ ਨੇ ਕੁਝ ਅਸਥਾਨ ਜਗਤ ਦੇ ਅੰਦਰ ਐਸੇ ਮਿਥ ਲਏ ਕਿ ਉਸ ਤੋਂ ਬਿਨਾਂ ਉਹਨਾਂ ਨੇ ਪਰਮੇਸ਼ਰ ਦਾ ਘਰ, ਪਰਮੇਸ਼ਰ ਦੀ ਜਗ੍ਹਾ ਕੋਈ ਜਾਣੀ ਮਿੱਥੀ ਨਹੀਂ। ਪਰ ਗੁਰਬਾਣੀ ਦਾ ਜੋ ਸਿਧਾਂਤ ਹੈ ਉਹਦੇ ਮੁਤਾਬਕ ਮਹਾਰਾਜ ਕਹਿੰਦੇ ਉਹ ਜਰੇ ਜਰੇ ਵਿੱਚ ਵਿਆਪਕ ਹੈ, ਹਰ ਥਾਈਂ ਵਸਦਾ ਹੈ। ਕੋਈ ਵੀ ਐਸੀ ਜਗ੍ਹਾ ਨਹੀਂ, ਕੋਈ ਵੀ ਐਸਾ ਸਥਾਨ ਨਹੀਂ, ਕੋਈ ਵੀ ਐਸਾ ਸਰੀਰ ਨਹੀਂ ਜਿੱਥੇ ਹਰੀ ਦਾ ਵਾਸਾ ਨਾ ਹੋਵੇ, ਪਰਮੇਸ਼ਰ ਦਾ ਵਾਸਾ ਨਾ ਹੋਵੇ। ਸਭਨਾ ਵਿੱਚ ਵਰਤਦਾ ਤੂੰ ਸਾਹ, ਹੇ ਮੇਰੇ ਵਾਹਿਗੁਰੂ ਤੂੰ ਸਾਰਿਆਂ ਵਿੱਚ ਹੀ ਵਰਤ ਰਹੇ, ਸਭ ਦੇ ਵਿੱਚ। ਭਗਤਾਂ ਨੇ ਆਪਣੀ ਦ੍ਰਿਸ਼ਟੀ ਇਤਨੀ ਕੁ ਗਹਿਰੀ ਕਰ ਲਈ ਹੈ, ਉਹਨਾਂ ਨੂੰ ਹਰ ਇੱਕ ਚੀਜ਼ ਵਿੱਚੋਂ ਹੀ ਬ੍ਰਹਮ ਪਰਮੇਸ਼ਰ ਹਰੀ ਨਜ਼ਰ ਆਉਂਦਾ। ਜੈਸੇ ਕਬੀਰ ਜੀ ਕਹਿੰਦੇ ਨੇ, ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੈ ਕਬਨਾ।
ਤੂੰ ਅੱਗ ਵੀ ਆਪ ਹੈ, ਤੂੰ ਹਵਾ ਵੀ ਆਪ ਹੈ। ਜਦੋਂ ਤੂੰ ਅਗਨ ਰੂਪ ਹੋ ਕੇ ਕੁਝ ਸਾੜਨ ਲੱਗ ਪਵੇਂ ਤੇ ਫਿਰ ਕੌਣ ਰੱਖ ਸਕਦਾ? ਦੋਹੇ ਰੂਪ ਤੇਰੇ ਹੀ ਨੇ, ਪਾਉਣ ਦਾ ਰੂਪ ਵੀ ਤੇਰਾ ਹੈ, ਅਗਨ ਦਾ ਰੂਪ ਵੀ ਤੇਰਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨੂੰ ਇਸ ਤਰ੍ਹਾਂ ਬਿਆਨ ਕਰਦੇ, ਆਪੇ ਕਰਤਾ ਆਪੇ ਭੁਗਤਾ ਆਪੇ ਕਾਰਨ ਕੀਆ। ਕਰਨ ਵਾਲਾ ਵੀ ਵਾਹਿਗੁਰੂ ਤੁਸੀਂ ਆਪ ਹੋ, ਭੋਗਣ ਵਾਲੇ ਵੀ ਆਪ ਹੋ, ਕਾਰਨ ਵੀ ਤੁਸੀਂ ਆਪ ਹੀ ਬਣਾਏ ਨੇ ਸਾਰੇ। ਕਿਉਂਕਿ ਸਾਰਾ ਕੁਝ ਤੁਸੀਂ ਆਪ ਹੀ ਹੋ। ਸਾਰੇ ਪਾਸੇ ਵਰਤਦੇ ਵੀ ਤੁਸੀਂ ਆਪ ਹੋ, ਸਭ ਕੁਝ ਵੀ ਤੁਸੀਂ ਆਪ ਹੀ ਹੋ। ਤੁਹਾਡੇ ਤੋਂ ਬਾਹਰ ਕੁਝ ਨਹੀਂ। ਜਿਤਨਾ ਵੀ ਜਗਤ ਹੈ ਇਹ ਬ੍ਰਹਮ ਦਾ ਸਰਗੁਣ ਰੂਪ ਹੈ। ਸ੍ਰੀ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ। ਕਿਤੇ ਤਾਂ ਤੁਸੀਂ ਤਿੰਨਾਂ ਗੁਣਾਂ ਤੋਂ ਰਹਿਤ ਹੋ, ਰਜੋ ਗੁਣ ਤਮੋ ਗੁਣ ਸਤੋ ਗੁਣ। ਉਥੇ ਨਿਰਗੁਣ ਬ੍ਰਹਮ ਸ਼ੁੱਧ ਸਰੂਪ ਹੋ, ਬ੍ਰਹਮ ਦਾ ਸ਼ੁੱਧ ਸਰੂਪ। ਜਦੋਂ ਤਿੰਨਾਂ ਗੁਣਾਂ ਤੋਂ ਪਰੇ ਹੋ, ਕਹੂੰ ਸੁਰਗੁਣ ਸਮੇਤ ਹੋ। ਕਿਤੇ ਆਪ ਜੀ ਤਿੰਨਾਂ ਗੁਣਾਂ ਦੇ ਸਹਿਤ ਹੋ, ਰਜੋ ਗੁਣ ਤਮੋ ਗੁਣ ਤੇ ਸਤੋ ਗੁਣ। ਜਦੋਂ ਤਿੰਨਾਂ ਗੁਣਾਂ ਦੇ ਸਹਿਤ ਹੋਵੇ ਫਿਰ ਉਹਨੂੰ ਸਰਗੁਣ ਸਰੂਪ ਕਹਿੰਦੇ ਨੇ। ਤੇ ਉਹ ਸਰਗੁਣ ਸਰੂਪ ਕੀ ਹੈ? ਪਰਮੇਸ਼ਰ ਦਾ ਇਹ ਜਗਤ, ਜਿਹਨੂੰ ਮਹਾਰਾਜ ਨੇ ਹਰੀ ਦਾ ਮੰਦਰ ਆਖਿਆ। ਤਿੰਨਾਂ ਗੁਣਾਂ ਦੇ ਸਹਿਤ ਉਹ ਪਰਮੇਸ਼ਰ ਇਹ ਜਗਤ ਰੂਪ ਹੈ। ਇੱਕ ਬੜਾ ਸੁੰਦਰ ਬਚਨ ਮਹਾਰਾਜ ਕਲਗੀਧਰ ਜੀ ਦਾ ਹੈ, ਕਹੂੰ ਫੂਲ ਹੋਵੈ ਕਹਿ ਭਲੀ ਰਾਜ ਫੂਲੇ। ਕਿਸੇ ਥਾਂ ਤੇ ਫੁੱਲ ਹੋ ਕੇ ਤੂੰ ਖਿੜਿਆ ਹੋਇਆ, ਇਤਨੀ ਗਹਿਰੀ ਦ੍ਰਿਸ਼ਟੀ ਸ਼ਾਇਦ ਕਿਸੇ ਦੀ ਜਗਤ ਵਿੱਚ ਬਣੀ ਹੋਵੇ। ਕਿਤੇ ਤੂੰ ਫੁੱਲ ਹੋ ਕੇ ਆਪ ਹੀ ਖੜਿਆ ਹੋਇਆ, ਕਿਤੇ ਤੂੰ ਫੁੱਲ ਵਿੱਚ ਸੁਗੰਧੀ ਹੋ ਕੇ ਵਸਿਆ, ਕਿਤੇ ਭੌਰਾ ਹੋ ਕੇ ਤੂੰ ਆਪੇ ਹੀ ਸੁਗੰਧੀ ਲੈ ਰਿਹਾ। ਕਹੂੰ ਪਵਨ ਹੋਵੈ ਕੈ ਬਹੇ ਬੇਗ ਐਸੇ, ਕਹੇ ਮੋਨਾ ਆਵੈ ਬਖਾਨੂ ਕੈਸੇ। ਕਿਤੇ ਤੂੰ ਪੌਣ ਹੋ ਕੇ ਬੜੀ ਤੇਜ਼ੀ ਨਾਲ ਵਹਿ ਰਿਹਾ, ਮੈਂ ਕਹਿ ਨਹੀਂ ਸਕਦਾ ਤੈਨੂੰ ਕਿਵੇਂ ਬਿਆਨ ਕਰਾਂ, ਤੂੰ ਕਿਸ ਰੂਪ ਦੇ ਅੰਦਰ, ਤੂੰ ਕਿੱਥੇ ਕਿੱਥੇ ਵਿਆਪਕ ਨਹੀਂ। ਜਲਸ ਤੂੰ ਹੀ ਥਲਸ ਤੂੰ ਹੀ, ਜਲ ਵਿੱਚ ਤੂੰ ਥਲ ਵਿੱਚ ਤੂੰ, ਨਦਿਸ ਤੂੰ ਹੀ ਨਦਸ ਤੂੰ ਹੀ, ਦਿਸ਼ਾਵਾਂ ਵਿੱਚ ਤੂੰ ਹੈ ਨਦੀਆਂ ਵਿੱਚ ਵੀ ਤੂੰ ਹੈ। ਜਲੇ ਹਰੀ ਥਲੇ ਹਰੀ ਗੁਫੇ ਹਰੀ, ਗੁਫਾਵਾਂ ਵਿੱਚ ਵੀ ਤੂੰ ਹੈ, ਜਲ ਵਿੱਚ ਵੀ ਤੂੰ ਹੈ, ਥਲ ਦੇ ਵਿੱਚ ਵੀ ਤੂੰ ਹੈ। ਪਰਮੇਸ਼ਰ ਦੇ ਪਿਆਰਿਆਂ ਨੇ ਇਹ ਜਗਤ ਨੂੰ ਹੀ ਹਰੀ ਦਾ ਮੰਦਰ ਆਖਿਆ ਕਿ ਇਹ ਸਾਰਾ ਸੰਸਾਰ ਜਿਹੜਾ ਹੈ ਇਹ ਰੱਬ ਦਾ ਘਰ ਹੀ ਹੈ। ਸਾਧਨਾ ਕਰਨ ਵਾਲੇ ਜਿਹੜੇ ਗੁਰਮੁਖ ਨੇ, ਜਦੋਂ ਉਹਨਾਂ ਦੇ ਮਤ ਦੀ ਬੁੱਧੀ ਦੇ ਉੱਤੋਂ ਦਵੈਤ ਦਾ ਦੁਬਦਾ ਦਾ ਪਰਦਾ ਹਟ ਜਾਂਦਾ ਹੈ, ਉਦੋਂ ਫਿਰ ਸੰਸਾਰ ਸੰਸਾਰ ਨਹੀਂ ਰਹਿੰਦਾ, ਸੰਸਾਰ ਰੱਬ ਦਾ ਘਰ ਹੀ ਦੱਸਦਾ। ਸੰਸਾਰ ਉਤਨੀ ਦੇਰ ਤੱਕ ਹੀ ਸੰਸਾਰ ਹੈ ਜਿਤਨੀ ਦੇਰ ਤੱਕ ਦਵੈਤ ਦਾ ਮਾਇਆ ਦਾ ਦੁਬਦਾ ਦਾ ਪਰਦਾ ਬੁੱਧੀ ਤੇ ਪਿਆ। ਉਨੀ ਦੇਰ ਤੱਕ ਹੀ ਬੰਦਾ ਸੰਸਾਰ ਨੂੰ ਵੇਖਦਾ। ਇਹਦੇ ਵਿੱਚ ਚੰਗਾ ਮਾੜਾ ਰਾਗ ਦਵੈਸ਼ ਸੁੱਖ ਦੁੱਖ ਸਭ ਕੁਝ ਬਣਿਆ ਰਿਹਾ।
ਭਰਮ ਕੇ ਪਰਦੇ ਸਤਿਗੁਰ ਖੋਲੇ। ਜਦੋਂ ਸਤਿਗੁਰੂ ਭਰਮ ਦੇ ਪਰਦੇ ਖੋਲ ਦਿੰਦਾ, ਬੁੱਧੀ ਤੋਂ ਪਰਦਾ ਹਟਾ ਦਿੰਦੇ ਨੇ ਮਹਾਰਾਜ, ਉਦੋਂ ਫਿਰ ਇਹ ਜਿਤਨਾ ਵੀ ਜਗਤ ਹੈ ਨਾ ਸਾਰਾ ਬ੍ਰਹਮ ਸਰੂਪ ਹੀ ਨਜ਼ਰ ਆਉਂਦਾ ਹੈ। ਕਿਉਂਕਿ ਮਾਇਆ ਦਾ ਪਰਦਾ ਗੁਰੂ ਨੇ ਹਟਾ ਦਿੱਤਾ ਬੁੱਧੀ ਦੇ ਉੱਤੋਂ। ਮਾਇਆ ਦਾ ਪਰਦਾ ਹਟਦਿਆਂ ਸਾਰੀ ਕੇਵਲ ਜਗਤ ਵਿੱਚੋਂ ਪਰਮੇਸ਼ਰ ਦਿਸਿਆ। ਕਿਉਂਕਿ ਮਾਇਆ ਹੀ ਦੁਬਦਾ ਪੈਦਾ ਕਰਦੀ ਹੈ। ਜੀਵ ਅੰਦਰ ਬ੍ਰਹਮ ਦੇ ਵਿੱਚ ਸਭ ਤੋਂ ਵੱਡਾ ਪਰਦਾ ਮਾਇਆ ਦਾ ਹੀ ਹੈ। ਮਾਇਆ ਦਾ ਪਰਦਾ ਸਾਡੀਆਂ ਅੱਖਾਂ ਨੇ ਨਾ, ਅੱਖਾਂ ਦੇ ਮੂਹਰੇ ਭਾਵੇਂ ਪਤਲੀ ਜੀ ਚੀਜ਼ ਵੀ ਕੋਈ ਕਰ ਦਿਓ ਤੇ ਦਿਸਣੋਂ ਬੰਦ ਹੋ ਜਾਂਦਾ। ਉਹੀ ਚੀਜ਼ ਅਸੀਂ ਵੇਖਦੇ ਹਾਂ ਜੋ ਉਸ ਪਰਦੇ ਵਿੱਚੋਂ ਦਿਖਾਈ ਦਿੰਦੀ ਸੀ। ਮਾਇਆ ਦਾ ਪਰਦਾ ਵੀ ਐਸਾ ਹੈ, ਮਾਇਆ ਜੋ ਸਾਨੂੰ ਦਿਖਾਉਂਦੀ ਹੈ ਅਸੀਂ ਬਸ ਉਹੀ ਵੇਖਦੇ ਹਾਂ, ਉਹੀ ਸਾਨੂੰ ਮਾਇਆ ਦੇ ਪਰਦੇ ਵਿੱਚੋਂ ਨਜ਼ਰ ਆਉਂਦਾ। ਇੱਕ ਵਿਦਵਾਨ ਨੇ ਬੜੀ ਸੁੰਦਰ ਗੱਲ ਲਿਖੀ ਆ। ਉਹ ਕਹਿੰਦੇ ਆ ਜਿਵੇਂ ਸਾਡੀਆਂ ਅੱਖਾਂ ਨੇ ਨਾ, ਅਸੀਂ ਅੱਖਾਂ ਤੇ ਜਿਹੋ ਜੀ ਐਨਕ ਲਾ ਲੈਂਦੇ ਆ, ਜਿਹੋ ਜਿਹੇ ਰੰਗ ਦੀ, ਉਹੋ ਜਿਹਾ ਹੀ ਕਹਿੰਦੇ ਜਗਤ ਸਾਨੂੰ ਦਿਸਣਾ ਸ਼ੁਰੂ ਹੋ ਜਾਂਦਾ। ਜਿਹੋ ਜੀ ਐਨਕ ਲਾ ਲਈ, ਕਿਸੇ ਨੇ ਕਾਲੀ ਲਾਈ, ਕਿਸੇ ਨੇ ਹਰੀ, ਕਿਸੇ ਨੇ ਨੀਲੀ, ਜਿਹੋ ਜਿਹੇ ਰੰਗ ਦੀ ਲਾਈ ਜਾਓ ਉਹੋ ਜਿਹਾ ਪਸਾਰਾ ਸਾਨੂੰ ਦੱਸਣਾ ਸ਼ੁਰੂ ਹੋ ਜਾਂਦਾ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਕਿਤੇ ਤੂੰ ਗਿਆਨ ਦੀ ਐਨਕ ਲਾ ਲੈ, ਆ ਤੇਰੇ ਜਿਹੜੇ ਨੇਤਰ ਨੇ, ਜੇ ਕਿਤੇ ਇਹਨਾਂ ਨੇਤਰਾਂ ਦੇ ਉੱਤੇ ਗਿਆਨ ਦਾ ਤੂੰ ਧਾਰਨੀ ਹੋ ਜਾਏ ਤੇ ਤੈਨੂੰ ਫਿਰ ਸੰਸਾਰ ਨਹੀਂ ਦਿਸੇਗਾ, ਤੈਨੂੰ ਹਰ ਪਾਸੇ ਬ੍ਰਹਮ ਹੀ ਦਿਸੇਗਾ। ਕਿਉਂਕਿ ਮਾਇਆ ਦੀ ਐਨਕ ਉਤਾਰ ਕੇ ਜਦੋਂ ਬ੍ਰਹਮ ਦੀ, ਗਿਆਨ ਦੀ ਐਨਕ ਲਾ ਲਈ, ਪਹਿਲਾਂ ਮਾਇਆ ਜੋ ਦਿਖਾਉਂਦੀ ਸੀ ਉਹੀ ਵੇਖਦੇ ਸੀ, ਉਹੀ ਨਜ਼ਰੀ ਪੈਂਦਾ ਸੀ। ਚਲੋ ਇੱਕ ਛੋਟੀ ਜਿਹੀ ਉਦਾਹਰਣ ਹੀ ਹੈ। ਸਾਨੂੰ ਕੋਈ ਪਰਾਇਆ ਦਿਸਦਾ, ਕੋਈ ਆਪਣਾ ਦਿਸਦਾ, ਕੋਈ ਮਾੜਾ ਦਿਸ ਰਿਹਾ, ਕੋਈ ਚੰਗਾ ਦਿਸ ਰਿਹਾ। ਹੁਣ ਇਹ ਕੋਈ ਜ਼ਰੂਰੀ ਤਾਂ ਨਹੀਂ ਵੀ ਜਿਹਨੂੰ ਮੈਂ ਮਾੜਾ ਵੇਖ ਰਿਹਾ, ਮਾੜਾ ਸਮਝ ਰਿਹਾ, ਉਹ ਮਾੜਾ ਹੀ ਹੋਵੇਗਾ। ਪਰ ਜਿਹੜੀ ਐਨਕ ਅਸੀਂ ਲਾਈ ਬੈਠੇ ਆ ਨਾ, ਉਹਦਾ ਕੰਮ ਹੀ ਇਹੀ ਹੈ ਵੀ ਦੂਜੇ ਨੂੰ ਮਾੜਾ ਵਿਖਾਉਣਾ। ਕਿਤੇ ਅਸੀਂ ਐਨਕ ਏਦਾਂ ਦੀ ਲਾਈ ਆ ਵੀ ਸਾਨੂੰ ਦੂਜਾ ਚੰਗਾ ਦਿਸਦਾ, ਭਾਵੇਂ ਲੱਖ ਦੁਨੀਆ ਮਾੜਾ ਕਹੇ ਅਸੀਂ ਚੰਗਾ ਹੀ ਕਹਿਣਾ, ਕਿਉਂ ਸਾਡੀ ਐਨਕ ਹੀ ਉਦਾਂ ਦੀ। ਕਿਸੇ ਨੂੰ ਸੰਸਾਰ ਦੁੱਖ ਰੂਪ ਪ੍ਰਤੀਤ ਹੋ ਰਿਹਾ ਹੈ, ਜਿਹੜਾ ਅੰਦਰੋਂ ਦੁਖੀ ਹੈ ਉਹਨੂੰ ਲੱਗਦਾ ਸੰਸਾਰ ਦੁਖੀ, ਉਹਨੇ ਐਨਕ ਹੀ ਇਦਾਂ ਦੀ ਲਾਈ ਹੈ। ਕਿਸੇ ਨੂੰ ਸੰਸਾਰ ਸਾਰਾ ਸੁਖੀ ਭਾਸਦਾ ਹੈ ਵੀ ਸੰਸਾਰ ਸਾਰਾ ਹੀ ਸੁਖੀ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਸਾਡੇ ਦੇਸ਼ ਦੀ ਪਾਰਲੀਮੈਂਟ ਅੰਦਰ ਨਾ ਇੱਕ MLA MP ਬੋਲਦਾ ਪਿਆ ਸੀ ਕਿਸੇ ਇਲਾਕੇ ਦਾ। ਮੈਂ ਹੁਣ ਉਦਾਹਰਣ ਦੇਣ ਲੱਗਾ ਵੀ ਲੋਕਾਂ ਦੀ ਦ੍ਰਿਸ਼ਟੀ ਕੈਸੀ ਹੈ ਤੇ ਉਹ ਵੇਖਦੇ ਕੀ ਨੇ। ਤੁਸੀਂ ਬਾਹਰ ਕਿਤੇ ਵੀ ਪ੍ਰਸ਼ਾਦਾ ਛਕਣਾ ਹੋਵੇ, ਆਮ ਇਨਸਾਨ ਜਿਹੜਾ ਹੈ ਉਹ ਨਹੀਂ ਛਕ ਸਕਦਾ। ਤੇ ਔਰ ਸਾਡੇ ਦੇਸ਼ ਦੇ ਮੰਤਰੀ ਸੰਤਰੀ ਜਿਤਨੀਆਂ ਤਨਖਾਹਾਂ ਲੈਂਦੇ ਨੇ, ਹਾਲਾਂਕਿ ਮੇਰਾ ਕੋਈ ਵਾਹ ਵਾਸਤਾ ਨਹੀਂ ਇਹਨਾਂ ਨਾਲ, ਨਾ ਕੋਈ ਬੈਰ ਵਿਰੋਧ ਹੈ ਤੇ ਨਾ ਹੀ ਕਿਸੇ ਦੇ ਹੱਕ 'ਚ, ਕਿਉਂਕਿ ਰਾਜਨੀਤੀ ਤੋਂ ਅਸੀਂ ਕੀ ਲੈਣਾ। ਸਾਨੂੰ ਆਪਣੇ ਜੀਵਨ ਦੇ ਨਾਲ ਮਤਲਬ ਹੈ ਵੀ ਗੁਰੂ ਦਇਆ ਕਰੇ ਸਾਡਾ ਜੀਵਨ ਸੁਧਰ ਜਾਏ।
ਜਿਹਨੇ ਜੀਵਨ ਸਫਲ ਕਰ ਲਿਆ ਉਹਦਾ ਜੀਵਨ ਸਫਲਾ, ਉਹਦਾ ਆਉਣਾ ਸਫਲਾ। ਜਿੱਥੇ ਪਾਰਲੀਮੈਂਟ ਵਿੱਚ ਜਾਂਦੇ ਨੇ ਉੱਥੇ ਕੰਟੀਨ ਹੈ, ਉੱਥੇ ਭੋਜਨ ਸਭ ਤੋਂ ਹੀ ਸਸਤਾ ਹੈ, ਸਭ ਤੋਂ ਸਸਤਾ। ਕੀ ਸਾਡੇ ਦੇਸ਼ ਦੇ ਮੰਤਰੀ ਗਰੀਬ ਨੇ, ਜਿਨ੍ਹਾਂ ਕੋਲ ਕਿਸੇ ਕੋਲ ਜੈਡ ਸਿਕਿਉਰਿਟੀ ਹੈ, ਕਿਸੇ ਕੋਲ ਆਪਣੀ ਸਿਕਿਉਰਿਟੀ ਹੈ, ਫਿਰ ਵੀ ਉਹ ਗਰੀਬ ਨੇ? ਮੈਨੂੰ ਲੱਗਦਾ ਵੀ ਉਹਨਾਂ ਨੂੰ ਦੇਸ਼ ਦੀ ਪਾਰਲੀਮੈਂਟ ਦੀ ਕੰਟੀਨ ਦੇ ਪਾਸੋਂ ਵੀ ਛਕਣ ਲਈ ਭੋਜਨ ਸਭ ਤੋਂ ਸਸਤਾ ਮਿਲਦਾ। ਮੈਨੂੰ ਸਾਡੇ ਦੇਸ਼ ਦੇ ਵਿੱਚ ਕੋਈ ਇੱਦਾਂ ਦਾ ਇਲਾਕਾ ਦਿਖਾ ਦਿਓ ਜਿੱਥੇ ਕਿਸੇ ਗਰੀਬ ਨੂੰ ਇੰਨਾ ਸਸਤਾ ਭੋਜਨ ਮਿਲਦਾ, ਜਿੱਥੇ ਸਾਡੇ ਦੇਸ਼ ਦੇ ਗਰੀਬ ਮੰਤਰੀਆਂ ਨੂੰ ਸਸਤਾ ਭੋਜਨ ਮਿਲਦਾ, ਸਭ ਤੋਂ ਸਸਤਾ। ਇੱਕ MP ਬੋਲਦਾ, ਆਖਦਾ ਵੀ ਜੇ ਕਿਸੇ ਕੋਲ 2000 ਰੁਪਇਆ ਮਹੀਨਾ ਹੋਵੇ ਨਾ ਪੈਸਾ, ਤੇ ਉਹ ਮਹੀਨੇ ਵਿੱਚ ਆਪਣਾ ਗੁਜ਼ਾਰਾ ਕਰ ਸਕਦਾ। ਮੈਂ ਸੁਣ ਕੇ ਬੜਾ ਹੈਰਾਨ ਹੋਇਆ। ਇਹ ਗੱਲ ਬਹੁਤੀ ਪੁਰਾਣੀ ਨਹੀਂ, ਕਰੀਬਨ 5-6 ਜਾਂ 7 ਸਾਲ ਕੋ ਪੁਰਾਣੀ ਹੋਵੇਗੀ। ਕਹਿੰਦਾ ਇਹਦੇ ਇੰਨੇ ਕੁ ਨਾਲ ਹੀ ਇੱਕ ਇਨਸਾਨ ਆਪਣਾ ਗੁਜ਼ਾਰਾ ਕਰ ਸਕਦਾ। ਤੁਸੀਂ ਸਾਰਾ ਦੇਸ਼ ਵੇਚ ਵੱਟ ਕੇ ਖਾ ਗਏ ਤਾਂ ਵੀ ਤੁਹਾਡਾ ਢਿੱਡ ਨਹੀਂ ਭਰਿਆ, ਤੇ ਤੁਸੀਂ ਆਖਦੇ ਹੋ ਵੀ ਇੱਕ ਗਰੀਬ 2000 ਰੁਪਏ ਨਾਲ ਚੰਗਾ ਭਲਾ ਆਪਣਾ ਮਹੀਨਾ ਕੱਢ ਸਕਦਾ। ਕੋਈ ਵੀ ਇਨਸਾਨ ਖਲੋ ਕੇ ਇਤਨੀ ਬਾਤ ਕਹਿ ਦੇ ਦੁਨੀਆ ਦੇ ਵਿੱਚ ਵੀ 2000 ਰੁਪਏ ਨਾਲ ਕਿਸੇ ਗਰੀਬ ਦਾ ਗੁਜ਼ਾਰਾ ਹੁੰਦਾ। ਅੱਜ ਕੱਲ ਤਾਂ ਹਰ ਇੱਕ ਚੀਜ਼ ਇਤਨੀ ਮਹਿੰਗੀ ਹੈ ਜਗਤ ਅੰਦਰ, ਪਰ ਨਹੀਂ, ਜਿਨ੍ਹਾਂ ਲੋਕਾਂ ਦੀ ਬਿਰਤੀ ਇਦਾਂ ਦੀ ਹੈ ਨਾ, ਜਿਨ੍ਹਾਂ ਨੇ ਐਨਕ ਇਦਾਂ ਦੀ ਲਾਈ, ਉਹਨਾਂ ਨੂੰ ਦੱਸਣਾ ਕੀ ਹੈ? ਕਿਉਂਕਿ ਸੁਖੀਏ ਕੋ ਪੇਖੈ ਸਭ ਸੁਖੀ ਹੈ। ਇੱਕ ਵਾਰ ਕਿਸੇ ਧਨਵਾਨ ਨੂੰ ਕਿਸੇ ਨੌਜਵਾਨ ਨੇ ਸਵਾਲ ਕੀਤਾ, ਮੈਂ ਉਦਾਹਰਨਾਂ ਤਾਂ ਦੇ ਰਹੇ ਹਾਂ, ਹਾਲਾਂਕਿ ਮਤਲਬ ਕੋਈ ਨਹੀਂ ਬਣਦਾ, ਪਰ ਕੇਵਲ ਗੱਲ ਉਦਾਹਰਨ ਮਾਤਰ ਹੈ ਵੀ ਸੁਖੀਏ ਕੋ ਪੇਖਾ ਸਭ ਸੁਖੀ ਹੈ, ਵੀ ਗੱਲ ਥੋੜੀ ਜਿਹੀ ਪੱਲੇ ਪੈ ਜਾਏ। ਇੱਕ ਨੌਜਵਾਨ ਨੇ ਸਿੱਧਾ ਸਵਾਲ ਕੀਤਾ, ਜੀ ਵੀ ਤੁਸੀਂ ਕੁਝ ਮਹਿੰਗਾਈ ਬਾਰੇ ਬੋਲੋ, ਨੇ ਜੋ ਬੋਲਣਾ ਸੀ ਬੋਲ ਦਿੱਤਾ। ਮੁੜ ਕੇ ਕਹਿੰਦਾ, ਮੈਂ ਇੱਕ ਸਵਾਲ ਕਰਾਂ ਤੁਹਾਨੂੰ? ਕਹਿੰਦਾ ਕਰੋ। ਕਹਿੰਦਾ ਤੁਹਾਨੂੰ ਪਤਾ ਵੀ ਪਿਆਜ਼ ਦਾ ਰੇਟ ਕੀ ਹੈ? ਕਹਿੰਦਾ ਮੈਂ ਤਾਂ ਕਦੇ ਲੈਣ ਹੀ ਨਹੀਂ ਗਿਆ, ਮੈਨੂੰ ਕੀ ਪਤਾ ਕੀ ਰੇਟ ਹੈ। ਫਿਰ ਕਹਿੰਦੇ ਤੁਸੀਂ ਮਹਿੰਗਾਈ ਤੇ ਕਿਵੇਂ ਬੋਲ ਸਕਦੇ? ਵਿਦੇਸ਼ ਵਿੱਚ ਮਹਿੰਗਾਈ ਹੈ ਕਿਉਂਕਿ ਤੁਹਾਡੇ ਖਜ਼ਾਨੇ ਪੈਸੇ ਨਾਲ ਇਤਨੇ ਕੁ ਭਰੇ ਹੋਏ ਨੇ, ਤੁਹਾਨੂੰ ਲੱਗਦਾ ਕਿ ਸ਼ਾਇਦ ਦੁਨੀਆ ਸਾਰੀ ਸੌਖੀ ਹੈ। ਤੁਹਾਡੇ ਲਈ ਕਾਹਦੀ ਮਹਿੰਗਾਈ? ਮਹਿੰਗਾਈ ਤਾਂ ਉਸ ਇਨਸਾਨ ਦੀ ਹੈ, ਉਹਦੇ ਵਾਸਤੇ ਹੈ ਜਿਹਨੇ ਕਮਾ ਕੇ ਖਾਣਾ, ਉਹਦੇ ਵਾਸਤੇ ਹੈ। ਸੁਖੀਏ ਕੋ ਪੇਖੈ ਸਭ ਸੁਖੀ ਹੈ। ਜਿਹਨੇ ਸੁਖ ਦੀ ਐਨਕ ਲਾਈ ਹੈ ਉਹਦੇ ਵਾਸਤੇ ਸਾਰਾ ਸੰਸਾਰ ਹੀ ਸੁਖੀ ਹੈ। ਜਦੋਂ ਸਾਡੇ ਦੇਸ਼ ਦੇ MP ਇੰਨੀ ਗੱਲ ਕਹਿ ਸਕਦੇ ਵੀ 2000 ਰੁਪਏ ਨਾਲ ਇੱਕ ਮਹੀਨੇ ਵਿੱਚ ਇੱਕ ਇਨਸਾਨ ਦਾ ਗੁਜ਼ਾਰਾ ਹੋ ਸਕਦਾ ਹੈ, ਤੇ ਸ਼ਾਇਦ ਹੋ ਸਕਦਾ ਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਇਸ ਦੇਸ਼ ਅੰਦਰ ਕੋਈ ਗਰੀਬ ਨਾ ਹੋਵੇ। ਲੋਕ ਭੁੱਖੇ ਤਰਸਦੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 2-2.5 ਲੱਖ ਬੰਦਾ ਰੋਜ਼ ਜਾ ਕੇ ਪ੍ਰਸ਼ਾਦਾ ਛਕਦਾ ਹੈ। ਉਹਨਾਂ ਦੇ ਵਿੱਚ ਸੰਗਤਾਂ ਦੇ ਨਾਲ ਨਾਲ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਪੇਟ ਭਰ ਭੋਜਨ ਨਹੀਂ ਮਿਲਦਾ। ਗੁਰੂ ਰਾਮਦਾਸ ਮਹਾਰਾਜ ਉਹਨਾਂ ਤੇ ਰਹਿਮਤਾਂ ਵਰਤਾਉਂਦੇ ਨੇ। ਉਹ ਗੁਰੂ ਘਰ ਵਿੱਚ ਜਾ ਕੇ ਭੋਜਨ ਛਕਦੇ ਨੇ, ਤੇ ਖਾਲਸਾ ਜੀ ਕਦੇ ਉਹਨਾਂ ਲੋਕਾਂ ਨੂੰ ਜਾ ਕੇ ਪੁੱਛੀਏ ਵੀ ਉਹ ਸੁਖੀ ਨੇ? ਪਰ ਜਿਹਨੇ ਸੁਖ ਦੀ ਐਨਕ ਲਾਈ ਉਹਦੇ ਵਾਸਤੇ ਤਾਂ ਸਾਰਾ ਸੰਸਾਰ ਹੀ ਸੁਖੀ ਹੁੰਦਾ ਹੈ। ਜਿਹੋ ਜੀ ਅਸੀਂ ਐਨਕ ਲਾਈ ਬੈਠੇ ਆ ਨਾ, ਸਾਨੂੰ ਜਗਤ ਉਸੇ ਤਰ੍ਹਾਂ ਦਾ ਹੀ ਦਿਖਾਈ ਦੇਣਾ। ਮਹਾਰਾਜ ਕਹਿੰਦੇ ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਜਿਹੜਾ ਰੋਗੀ ਆ ਉਹਨੂੰ ਇਉਂ ਜਾਪਦਾ ਜੈਸੇ ਸਾਰਾ ਸੰਸਾਰ ਹੀ ਰੋਗੀ ਹੈ।
ਮਾਨਸਿਕ ਰੋਗੀ ਨੂੰ ਸਾਰਾ ਸੰਸਾਰ ਰੋਗੀ ਦਿਸੇਗਾ, ਸਰੀਰਕ ਰੋਗੀ ਨੂੰ ਸਾਰਾ ਸੰਸਾਰ ਹੀ ਰੋਗੀ ਦਿਸੇਗਾ। ਮਨ ਦਾ ਰੋਗੀ ਉਹਨੂੰ ਜਾਪਦਾ ਸਭ ਰੋਗੀ ਨੇ, ਤਨ ਦੇ ਰੋਗੀ ਨੂੰ ਜਾਪਦਾ ਸਭ ਰੋਗੀ ਨੇ, ਕਿਉਂਕਿ ਸਾਡੀ ਦ੍ਰਿਸ਼ਟੀ ਉਹਦੇ ਤੇ ਪਰਦਾ ਹੀ ਐਸਾ ਅਸੀਂ ਪਾਇਆ। ਉਸ ਪਰਦੇ ਰਾਹੀਂ ਜੋ ਕੁਝ ਅਸੀਂ ਵੇਖਦੇ ਹਾਂ, ਉਹ ਪਰਦਾ ਜੋ ਸਾਨੂੰ ਦਿਖਾਉਂਦਾ ਹੈ, ਬਸ ਉਹੀ ਨਜ਼ਰ ਪੈਂਦਾ। ਤੈਸੇ ਹੀ ਮਾਇਆ ਨੇ ਸਾਡੀ ਬੁੱਧੀ ਤੇ ਪਰਦਾ ਪਾਇਆ। ਮਾਇਆ ਜੋ ਦਿਖਾਉਂਦੀ ਹੈ, ਜਿਹੜਾ ਰੰਗ ਵਿਖਾਉਂਦੀ ਹੈ, ਸਾਨੂੰ ਉਹੀ ਦਿਸਦਾ, ਉਹੀ ਨਜ਼ਰੀ ਪੈਂਦਾ ਹੈ। ਕਈ ਵਾਰ ਤੇ ਐਸਾ ਸੋਚੀਦਾ ਹੈ ਕਿ ਮਾਇਆ ਕੁਝ ਲੋਕਾਂ ਨੂੰ ਗੁਰੂ ਵਿੱਚੋਂ ਕਮੀਆਂ ਕੱਢਣ ਦਾ ਮੌਕਾ ਵੀ ਦੇ ਦਿੰਦੀ ਹੈ। ਗੁਰਬਾਣੀ ਤੇ ਕਿੰਤੂ ਪਰੰਤੂ ਕਰਦੇ ਲੋਕ ਵੇਖੇ ਗਏ। ਕਿਉਂ ਹੈ ਐਸਾ? ਇਸ ਵਾਸਤੇ ਹੈ ਕਿਉਂਕਿ ਮਾਇਆ ਨੇ ਉਹਨਾਂ ਨੂੰ ਗੁਰੂ ਵਿੱਚੋਂ ਵੀ ਕਮੀ ਦਿਖਾ ਦਿੱਤੀ, ਵੀ ਗੁਰੂ ਵਿੱਚ ਵੀ ਕਮੀ। ਉਹਨਾਂ ਨੇ ਬਾਣੀ ਦੀ ਨਿੰਦਿਆ ਵੀ ਕਰ ਦਿੱਤੀ। ਜੋ ਮਾਇਆ ਦਿਖਾ ਰਹੀ ਹੈ, ਉਹੀ ਅਸੀਂ ਦੇਖ ਰਹੇ ਹਾਂ। ਜਿਨ੍ਹਾਂ ਨੇ ਮਾਇਆ ਦੀ ਐਨਕ ਲਾ ਕੇ ਗਿਆਨ ਦੀ ਐਨਕ ਨੂੰ ਧਾਰਨ ਕਰ ਲਿਆ, ਮਾਇਆ ਦਾ ਪਰਦਾ ਜਿਨ੍ਹਾਂ ਨੇ ਬੁੱਧੀ ਤੋਂ ਹਟਾ ਦਿੱਤਾ, ਉਹਨਾਂ ਨੂੰ ਇਸ ਸੰਸਾਰ ਵਿੱਚੋਂ ਵੀ ਪਰਮੇਸ਼ਰ ਦੇ ਜਰੇ ਜਰੇ ਵਿੱਚੋਂ ਵੀ ਪਰਮੇਸ਼ਰ ਦੇ ਦੀਦਾਰ ਹੋਏ, ਵਾਹਿਗੁਰੂ ਦੇ ਦਰਸ਼ਨ ਹੋਏ। ਉਹਨਾਂ ਨੇ ਆਖਿਆ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਜੀ ਜੀਵਨ ਨੂੰ ਇਹੀ ਗੱਲ ਕਹਿੰਦੇ ਨੇ ਵੀ ਜਿੱਧਰ ਰੱਬ ਦਾ ਘਰ ਨਹੀਂ, ਉਧਰ ਲੱਤਾਂ ਘੁਮਾ ਦੇ ਫੜ ਕੇ। ਉਹਨੇ ਆਖਿਆ ਵੀ ਰੱਬ ਦੇ ਘਰ ਵੱਲ ਲੱਤਾਂ ਕੀਤੀਆਂ ਨੇ। ਮਹਾਰਾਜ ਕਹਿੰਦੇ ਸੰਸਾਰ ਹੀ ਸਾਰਾ ਰੱਬ ਦਾ ਘਰ ਹੈ, ਜਿੱਧਰ ਰੱਬ ਦਾ ਘਰ ਨਹੀਂ, ਉਧਰ ਲੱਤਾਂ ਕਰਦੇ ਮੇਰੀਆਂ। ਟੰਗੋਂ ਪਕੜ ਘੜੀਸਿਆ, ਫਿਰਿਆ ਮੱਕਾ ਕਲਾ ਦਿਖਾਈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਜਿਹੜਾ ਜੀਵਨ ਸੀ, ਉਹਨੇ ਮਹਾਰਾਜ ਦੀਆਂ ਲੱਤਾਂ ਫੜੀਆਂ ਤੇ ਘਸੀੜ ਕੇ ਦੂਜੇ ਪਾਸੇ ਕੀਤਾ, ਮੱਕਾ ਨਾਲ ਹੀ ਘੁੰਮ ਗਿਆ। ਫਿਰਿਆ ਮੱਕਾ, ਚਰਨਾਂ ਦੇ ਨਾਲ ਮੱਕਾ ਵੀ ਫਿਰ ਗਿਆ। ਜਿੱਧਰ ਮਹਾਰਾਜ ਦੇ ਚਰਨ ਜਾਂਦੇ ਨੇ, ਮੱਕਾ ਉਧਰ ਹੀ ਚਲਿਆ ਜਾਂਦਾ। ਕਿਉਂਕਿ ਗੁਰੂ ਨਾਨਕ ਸਾਹਿਬ ਪਰਮੇਸ਼ਰ ਸਨ, ਉਹਨਾਂ ਦੇ ਚਰਨਾਂ ਵਿੱਚ ਸਾਰੀ ਸ੍ਰਿਸ਼ਟੀ ਝੁਕਦੀ ਹੈ। ਸਭ ਪੈਗੰਬਰ ਝੁਕਦੇ ਨੇ, ਅਵਤਾਰੀ ਪੁਰਸ਼ ਝੁਕਦੇ ਨੇ। ਐਸੀ ਕਲਾ ਮੇਰੇ ਪਾਤਸ਼ਾਹ ਨੇ ਵਿਖਾਈ ਜੀਵਨ ਨੂੰ ਗੱਲ ਸਮਝਾਉਣ ਵਾਸਤੇ। ਕਈ ਵਾਰ ਮਨ ਵਿੱਚ ਸੋਚੀਦਾ ਕਿ ਗੁਰੂ ਨਾਨਕ ਸਾਹਿਬ ਜੀ ਇਸ ਜਗਤ ਦੇ ਜਿਤਨੇ ਵੱਡੇ ਅਸਥਾਨ ਸਨ ਜਿਨ੍ਹਾਂ ਤੇ ਪਖੰਡਵਾਦ ਚੱਲਦਾ ਸੀ, ਮਹਾਰਾਜ ਉੱਥੇ ਗਏ। ਕੁਰਸ਼ੇਤਰ ਜਾਂਦੇ ਨੇ, ਕਾਂਸੀ ਦੀ ਧਰਤੀ ਤੇ ਜਾਂਦੇ ਨੇ ਮਹਾਰਾਜ, ਯੋਗੀਆਂ ਦੇ ਪਾਸ ਸ਼ਮੇਰ ਪਰਬਤ ਤੇ ਜਾਂਦੇ ਨੇ, ਅਚਲ ਬਟਾਲੇ ਜਾਂਦੇ ਨੇ, ਵੱਡੇ ਵੱਡੇ ਅਸਥਾਨ ਕਿਤੇ ਜਗਨਨਾਥਪੁਰੀ ਜਾਂਦੇ ਨੇ। ਜਿੱਥੇ ਪਖੰਡ ਦੀ ਭਰਮਾਰ ਸੀ ਨਾ, ਉੱਥੇ ਚੋਟ ਕੀਤੀ ਮਹਾਰਾਜ ਨੇ। ਸਮੇਂ ਦੇ ਮੁਤਾਬਕ ਵੇਖਿਆ ਇਹ ਸਮਝਣਗੇ ਕਿਵੇਂ। ਮਕਸਦ ਇਹ ਨਹੀਂ ਸੀ ਕਿ ਚਰਨ ਮੱਕੇ ਵੱਲ ਕਰਨੇ, ਮਕਸਦ ਇਹ ਸੀ ਕਿ ਇਹਨਾਂ ਨੂੰ ਚੋਟ ਪੈਣ ਦੇ ਨਾਲ ਹੀ ਸਮਝ ਆਉਣੀ। ਜਿੰਨੀ ਦੇਰ ਤੱਕ ਇਹਨਾਂ ਨੂੰ ਚੋਟ ਨਹੀਂ ਨਾ ਲੱਗਦੀ, ਇਹਨਾਂ ਨੂੰ ਦੱਸਣਾ ਹੀ ਕੁਝ ਨਹੀਂ। ਇਹਨਾਂ ਦੀ ਮੱਤ ਤੇ ਪੜਦਾ ਇਸੇ ਤਰ੍ਹਾਂ ਹੀ ਰਹਿਣਾ ਹੈ। ਤੇ ਚੋਟ ਮਾਰਨ ਦਾ ਤਰੀਕਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਤਾਂ ਕਿ ਇਹਨਾਂ ਦੀਆਂ ਅੱਖਾਂ ਖੁੱਲਣ। ਸਤਿਗੁਰੂ ਕਹਿੰਦੇ ਨੇ ਜੀਵਨ ਨੂੰ ਕਿ ਜਿੱਧਰ ਰੱਬ ਦਾ ਘਰ ਨਹੀਂ ਨਾ, ਉਧਰ ਘੁਮਾ ਦੇ। ਅਸੀਂ ਤਾਂ ਥੱਕੇ ਹੋਏ ਆਂ, ਬੜੀ ਦੂਰੋਂ ਚੱਲ ਕੇ ਆਏ ਆਂ ਤੇ ਨੀਂਦ ਆ ਗਈ, ਪਤਾ ਨਹੀਂ ਲੱਗਿਆ ਵੀ ਮੱਕਾ ਇੱਧਰ ਹੈ। ਉਹਨੇ ਜਦੋਂ ਚਰਨ ਫੜ ਕੇ ਘੁਮਾਏ, ਜਿੱਧਰ ਵੀ ਲੈ ਕੇ ਜਾਂਦਾ ਮੱਕਾ ਉਧਰ ਹੀ। ਹਾਰ ਗਿਆ, ਥੱਕ ਗਿਆ। ਸੋਚਣ ਲੱਗਾ ਵੀ ਇਹ ਕੋਈ ਕਲਾਵਾਨ ਪੁਰਸ਼ ਲੱਗਦਾ, ਜਿਹਦੇ ਚਰਨਾਂ ਦੇ ਨਾਲ ਮੱਕਾ ਫਿਰ ਗਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੀਵਨ ਜੀ ਇਹ ਜਗਤ ਹੀ ਰੱਬ ਦਾ ਘਰ ਹੈ। ਅਸੀਂ ਤਾਂ ਮੰਨੀ ਬੈਠੇ ਆ, ਇਹ ਸਾਰਾ ਸੰਸਾਰ ਹੀ ਰੱਬ ਦਾ ਘਰ ਹੈ। ਤੁਸੀਂ ਇੱਕ ਥਾਂ ਤੇ ਮੰਨਿਆ, ਅਸੀਂ ਸਾਰੀਆਂ ਥਾਵਾਂ ਤੇ ਮੰਨਿਆ। ਤੁਸੀਂ ਇੱਕ ਜਗ੍ਹਾ ਤੇ ਮਿਥਿਆ ਹੈ, ਇੱਕ ਥਾਂ ਤੇ ਹੈ, ਅਸੀਂ ਮਿਥਿਆ ਕਿ ਉਹ ਥਾਂ ਥਾਂ ਤੇ ਹੈ। ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਉਹਦਾ ਵਾਸਾ ਨਾ ਹੋਵੇ।
ਤੁਸੀਂ ਰੱਬ ਦਾ ਘਰ ਕੇਵਲ ਇੱਕ ਥਾਂ ਨੂੰ ਮੰਨਿਆ, ਅਸੀਂ ਸਾਰੇ ਸੰਸਾਰ ਨੂੰ ਹੀ ਰੱਬ ਦਾ ਘਰ ਮੰਨਿਆ ਕਿ ਸਾਰਾ ਸੰਸਾਰ ਹੀ ਰੱਬ ਦਾ ਘਰ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਰ ਮੰਦਰ ਇਹੋ ਜਗਤ ਹੈ, ਇਹ ਸਾਰਾ ਜਗਤ ਹਰੀ ਦਾ ਮੰਦਰ ਹੈ, ਰੱਬ ਦਾ ਘਰ ਹੈ। ਪਰ ਗੁਰੂ ਤੋਂ ਬਿਨਾਂ ਮਨੁੱਖ ਦੇ ਅੰਦਰ ਘੋਰ ਕੁੱਪ ਹਨੇਰਾ ਰਹਿੰਦਾ ਹੈ, ਇਹਨੂੰ ਨਜ਼ਰੀ ਕੁਝ ਨਹੀਂ ਪੈਂਦਾ। ਇਹ ਹਰੀ ਮੰਦਰ ਦੇ ਵਿੱਚ ਹੀ ਵਿਚਰਦਾ ਹੈ, ਹਰੀ ਮੰਦਰ ਦੇ ਵਿੱਚ ਹੀ ਰਹਿੰਦਾ, ਉਹਦੇ ਵਿੱਚ ਹੀ ਜੀਵਦਾ, ਉਹਦੇ ਵਿੱਚ ਜੀਵਨ ਦੇ ਬਾਵਜੂਦ ਇਹਨੂੰ ਹਰੀ ਨਹੀਂ ਨਜ਼ਰ ਆਉਂਦਾ, ਇਹਨੂੰ ਘਰ ਹੀ ਦਿਸਦਾ। ਇਹ ਮੇਰਾ ਘਰ ਹੈ, ਮੇਰਾ ਗ੍ਰਹਿ ਹੈ, ਪਰ ਹਰੀ ਨਜ਼ਰ ਨਹੀਂ ਆ ਰਿਹਾ, ਪਰਮੇਸ਼ਰ ਕਿਸੇ ਪਾਸੇ ਨਜ਼ਰ ਹੀ ਨਹੀਂ ਪੈ ਰਿਹਾ। ਕਾਰਨ ਇਹ ਹੈ ਕਿ ਗੁਰੂ ਤੋਂ ਵਿਹੂਣੇ ਹੋ ਕੇ ਇਹਦੇ ਜੀਵਨ ਵਿੱਚ ਘੋਰ ਕੁੱਪ ਹਨੇਰਾ ਰਹਿੰਦਾ ਹੈ। ਦੂਜਾ ਭਾਉ ਕਰ ਪੂਜਦੇ ਮਨਮੁਖ ਅੰਧ ਗਵਾਰ। ਜਿਹੜੇ ਮਨਮੁਖ ਜੀਵ ਨੇ, ਅੰਨੇ ਨੇ, ਗਵਾਰ ਮੂਰਖ, ਅਗਿਆਨਤਾ ਦਾ ਹਨੇਰਾ ਉਹਨਾਂ ਦੇ ਜੀਵਨ ਵਿੱਚ ਹੈ। ਦਵੈਤ ਭਾਉ ਨੂੰ ਹਿਰਦੇ ਵਿੱਚ ਧਾਰ ਕੇ ਉਹ ਪੂਜਾ ਕਰਦੇ। ਜਿੰਨੀ ਕੁ ਇਹ ਪੰਕਤੀ ਸਮਝ ਵਿੱਚ ਪਈ ਹੈ, ਜਦੋਂ ਅਸੀਂ ਮਨ ਦੇ ਅੰਦਰ ਕਾਮਨਾਵਾਂ ਲੈ ਕੇ, ਵਾਸ਼ਨਾਵਾਂ ਲੈ ਕੇ ਉਹਦੀ ਪੂਜਾ ਕਰਦੇ ਹਾਂ, ਤਾਂ ਇਹਦਾ ਭਾਵ ਹੈ ਜੀ ਉਹ ਦਵੈਤ ਭਾਵ ਹੈ। ਕਿਉਂਕਿ ਮਾਇਆ ਵਾਸ਼ਨਾ ਅੰਦਰ ਪੈਦਾ ਕਰ ਦਿੰਦੀ ਹੈ, ਤੇ ਵਾਸ਼ਨਾ ਦੇ ਸਹਿਤ ਹੋ ਕੇ ਕਿਸੇ ਪਦਾਰਥ ਦੀ ਪ੍ਰਾਪਤੀ ਲਈ ਮਨੁੱਖ ਦੀ ਸੇਵਾ ਕਰਦਾ ਹੈ, ਦੁਬਦਾ ਦੇ ਵਿੱਚ ਪੈ ਕੇ। ਨਿਸ਼ਕਾਮ ਹੋ ਕੇ ਬਿਨਾਂ ਕਿਸੇ ਲਾਲਸਾ ਤੋਂ ਮਨੁੱਖ ਜਦੋਂ ਪੂਜਦਾ ਹੈ, ਫਿਰ ਨਿਸ਼ਕਾਮ ਕਰਮ ਕਰਨ ਵਾਲਾ ਮਨੁੱਖ ਸਫਲਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਪਰ ਜਿਹੜੇ ਮਨਮੁਖ ਨੇ ਉਹ ਦਵੈਤ ਭਾਵ ਵਿੱਚ ਲੱਗ ਕੇ ਫਿਰ ਉਹ ਪਰਮੇਸ਼ਰ ਦੀ ਪੂਜਾ ਕਰਦੇ, ਕੁਝ ਵਾਸ਼ਨਾਵਾਂ ਦੇ ਨਾਲ, ਕੁਝ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਸਤੇ, ਕੁਝ ਲੋਕ ਆਪਣੀ ਸ਼ੋਭਾ ਦੀ ਪ੍ਰਾਪਤੀ ਵਾਸਤੇ, ਕੁਝ ਦਿਖਾਵੇ ਮਾਤਰ, ਕੁਝ ਪਖੰਡ ਕਰਕੇ ਉਸ ਪਰਮੇਸ਼ਰ ਦੀ ਪੂਜਾ ਕਰਦੇ ਹਨ। ਇਹੋ ਜਿਹੇ ਮਨਮੁਖ ਜਿਹੜੇ ਅੰਨੇ ਗਵਾਰ ਜੀਵ ਹਨ। ਜਿੱਥੈ ਲੇਖਾ ਮੰਗੀਐ ਤਿੱਥੈ ਦੇਹ ਜਾਤ ਨਾ ਜਾਏ। ਜਿੱਥੇ ਦਰਗਾਹ ਵਿੱਚ ਲੇਖਾ ਮੰਗਿਆ ਜਾਂਦਾ, ਮਹਾਰਾਜ ਜੀ ਕਹਿੰਦੇ ਨਾ ਉੱਥੇ ਦੇਹੀ ਜਾਣੀ ਹੈ ਤੇ ਨਾ ਸਾਡੀ ਉੱਥੇ ਜਾਤ ਜਾਣੀ। ਸਰੀਰ ਇੱਥੇ ਰਹਿ ਜਾਣਾ, ਤੇ ਜੇ ਸਰੀਰ ਸੜ ਗਿਆ, ਸਰੀਰ ਦੇ ਨਾਲ ਸਾਡੀ ਜਾਤ ਪਾਤ ਵੀ ਇੱਥੇ ਸੜ ਕੇ ਖਾਕ ਹੋ ਜਾਣੀ। ਸਾਰੀ ਜ਼ਿੰਦਗੀ ਆਪਣੇ ਸਰੀਰ ਦਾ ਤੇ ਆਪਣੀ ਜਾਤ ਦਾ ਅਪਮਾਨ ਕਰਦਾ ਰਿਹਾ। ਮੇਰੀ ਉੱਚੀ ਜਾਤ, ਮੇਰਾ ਸੁੰਦਰ ਸਰੂਪ, ਇਸ ਭਾਵ ਦੇ ਵਿੱਚ ਜੀਵਦਾ ਰਿਹਾ। ਪਰ ਜਦੋਂ ਦਰਗਾਹ ਵਿੱਚ ਲੇਖਾ ਦੇਣ ਵਾਸਤੇ ਗਿਆ, ਉੱਥੇ ਇਹਦੀ ਨਾ ਜਾਤ ਗਈ, ਨਾ ਇਹਦਾ ਸਰੀਰ ਗਿਆ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਹੀਂ। ਉੱਥੇ ਕਿਸੇ ਨੇ ਤਾਂ ਨਹੀਂ ਨਾ ਪੁੱਛਣਾ ਵੀ ਤੇਰੀ ਜਾਤ ਉੱਚੀ, ਤੇਰੀ ਜਾਤ ਨੀਵੀਂ ਹੈ। ਉੱਥੇ ਤਾਂ ਮਨੁੱਖ ਦੇ ਅਮਲਾਂ ਦਾ ਲੇਖਾ ਹੋਣਾ ਹੈ। ਅਮਲ ਸਿਰਾਨੋ ਲੇਖਾ ਦੇਣਾ। ਕਬੀਰ ਜੀ ਕਹਿੰਦੇ ਜੋ ਅਮਲ ਤੂੰ ਜਗਤ ਵਿੱਚ ਕੀਤੇ ਨੇ, ਦਰਗਾਹ ਵਿੱਚ ਜਾ ਕੇ ਉਹਦਾ ਹਿਸਾਬ ਕਿਤਾਬ ਹੋਣਾ। ਉਹਨਾਂ ਨੇ ਤਾਂ ਇਹ ਪੁੱਛਣਾ ਵੀ ਤੂੰ ਕਰਮ ਕਿਹੜੇ ਕਰਕੇ ਆਇਆ, ਕਰਮਾਂ ਦਾ ਹਿਸਾਬ ਦੇ। ਦੇਹੀ ਤੇ ਜਾਤ, ਸਾਡੀ ਦੌਲਤ, ਸਾਡਾ ਅਭਿਮਾਨ ਕਿਸੇ ਨੇ ਨਹੀਂ ਪੁੱਛਣਾ ਉੱਥੇ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਿਵੇ। ਇਸ ਜੀਵ ਨੂੰ ਦਰਗਾਹ ਵਿੱਚ ਜਾ ਕੇ ਨਿਵਣਾ ਪੈਂਦਾ ਅੱਗੇ, ਕਿਉਂਕਿ ਤਹਿ ਕਰ ਦਲ ਕਰਨ ਮਹਾਬਲੀ ਤੇ ਨਾਗ ਲੜਾ ਮੈਂ ਰਹਿਣ ਨਾ ਜਾਏ। ਭਗਤ ਤਰਲੋਚਨ ਜੀ ਕਹਿੰਦੇ ਉਹ ਜੋ ਅੱਗਾ ਹੈ, ਉੱਥੇ ਬੜੇ ਬੜੇ ਮਹਾਬਲੀ ਜਮਦੂਤ ਨੇ, ਧਰਮਰਾਜ ਵਰਗੇ ਨੇ। ਇਹੋ ਜਿਹਾ ਮਨੁੱਖ ਨੂੰ ਦਲਦੇ ਨੇ ਕਿ ਇੱਕ ਪਲ ਵੀ ਮਨੁੱਖ ਕੋਲੋਂ ਉੱਥੇ ਰਿਹਾ ਨਹੀਂ ਜਾ ਸਕਦਾ। ਉੱਥੇ ਉਹ ਕਿਸੇ ਦੀ ਜਾਤ ਨਹੀਂ ਪੁੱਛਦੇ। ਮਹਾਰਾਜ ਕਹਿੰਦੇ ਜਾਤ ਕਾ ਗਰਭ ਨਾ ਕਰਿਓ ਕੋਈ, ਜਾਤ ਦਾ ਅਪਮਾਨ ਨਾ ਕਰੀ ਕਿ ਮੈਂ ਵੱਡਾ ਮੈਂ ਉੱਚਾ ਹਾਂ। ਪਰਮੇਸ਼ਰ ਨੇ ਹਮੇਸ਼ਾ ਨਿਵਾਜਿਆ ਉਹਨਾਂ ਨੂੰ ਹੈ ਜਿਨ੍ਹਾਂ ਦੇ ਮਨ ਵਿੱਚ ਨਿਰਮਾਣਤਾ ਆ ਗਈ। ਜਾਤੀ ਭਾਵੇਂ ਕੋਈ ਵੀ ਹੋਵੇ, ਉਹਨਾਂ ਦੀ ਉਹਨੇ ਨਿਵਾਜਿਆ ਹੈ ਨਾਮ ਜਪਣ ਵਾਲੇ। ਭਾਵੇਂ ਉਹ ਕਿਸੇ ਨੀਚ ਜਾਤੀ ਦੇ ਵਿੱਚ ਹੋਏ। 15 ਭਗਤਾਂ ਦੇ ਵਿੱਚੋਂ ਕਰੀਬਨ ਬਹੁਤਾਤ ਵਿੱਚ ਜਿਹੜੇ ਭਗਤ ਹੋਏ ਨੇ,
ਪਰਮੇਸ਼ਰ ਨੇ ਉਹਨਾਂ ਭਗਤਾਂ ਨੂੰ ਇਹੋ ਜਿਹੀਆਂ ਜਾਤੀਆਂ ਵਿੱਚ ਪੈਦਾ ਕੀਤਾ ਜਿਨ੍ਹਾਂ ਨੂੰ ਲੋਕਾਂ ਨੇ ਦਬਾਇਆ ਹੋਇਆ ਸੀ। ਔਰ ਕਈ ਵਾਰੀ ਮਨ ਦੇ ਅੰਦਰ ਵਿਚਾਰੀਦਾ ਕਿ ਐਸਾ ਕਿਉਂ? ਕਿਉਂਕਿ ਪਰਮੇਸ਼ਰ ਨੇ ਜਿਨ੍ਹਾਂ ਲੋਕਾਂ ਨੂੰ ਸਮਾਜ ਨੇ ਦਬਾਇਆ ਹੋਇਆ ਸੀ, ਧਾਰਮਿਕ ਲੋਕਾਂ ਨੇ ਦਬਾਇਆ ਹੋਇਆ ਸੀ, ਪਰਮੇਸ਼ਰ ਨੇ ਭਗਤ ਹੀ ਉੱਥੇ ਪੈਦਾ ਕਰ ਦਿੱਤੇ ਕਿ ਜਦੋਂ ਭਗਤ ਇਹਨਾਂ ਜਾਤੀਆਂ ਵਿੱਚੋਂ ਉੱਠਣਗੇ ਤੇ ਲੋਕਾਂ ਦੇ ਮਨ ਅੰਦਰੋਂ ਜਾਤ ਪਾਤ ਦਾ ਵਹਿਮ ਭਰਮ ਬਾਹਰ ਨਿਕਲ ਜਾਏਗਾ। ਇਹ ਬੰਦਗੀ ਵਾਲੇ ਪਾਸੇ ਤੁਰਨਗੇ। ਨੀਚ ਜਾਤ ਹਰ ਜਪਤਿਆ ਊਤਮ ਪਦ ਵੀ ਪਾਏ। ਜਿਨ੍ਹਾਂ ਦੀ ਜਾਤ ਨੀਵੀਂ ਸੀ ਉਹਨਾਂ ਹਰੀ ਦਾ ਨਾਮ ਜਪਿਆ ਤੇ ਉੱਤਮ ਪਦਵੀ ਦੀ ਉਹ ਪ੍ਰਾਪਤੀ ਕਰ ਗਏ। ਕਿਸੇ ਦੀ ਜਾਤ ਕਿਸੇ ਦੀ ਦੇਹੀ ਅੱਗੇ ਦਰਗਾਹ ਵਿੱਚ ਨਹੀਂ ਜਾਣੀ। ਉੱਥੇ ਕੇਵਲ ਤਾਂ ਕੇਵਲ ਪਰਮੇਸ਼ਰ ਦੇ ਘਰ ਦੇ ਵਿੱਚ ਲੇਖਾ ਮੰਗਿਆ ਜਾਂਦਾ ਹੈ। ਸਾਚ ਰਤੇ ਸੇ ਉਬਰੇ ਦੁਖੀਏ ਦੂਜੈ ਪਾਏ। ਜਿਹੜੇ ਸੱਚ ਵਿੱਚ ਰਤੇ ਗਏ, ਜਿਨ੍ਹਾਂ ਦੀ ਬੁੱਧੀ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰਤੀ ਗਈ, ਸੇ ਉਬਰੇ ਉਹ ਬਚ ਗਏ। ਤੇ ਜਿਹੜੇ ਦਵੈਤ ਭਾਵ ਵਿੱਚ ਫਸੇ ਰਹੇ, ਮਾਇਆ ਦੇ ਚੱਕਰ ਵਿੱਚ ਫਸੇ ਰਹੇ, ਮਹਾਰਾਜ ਕਹਿੰਦੇ ਉਹ ਦੁਖੀ ਹੋਏ। ਇੱਥੇ ਵੀ ਦੁਖੀ ਰਹੇ ਸਾਰੀ ਜ਼ਿੰਦਗੀ ਆਪਣੇ ਗਰਭ ਅਪਮਾਨ ਕਰਕੇ। ਹੰਕਾਰੀ ਬੰਦਾ ਨਾ ਠੀਕ ਹੈ ਵੀ ਚਲੋ ਦੂਜੇ ਨੂੰ ਤੰਗ ਤਾਂ ਕਰਦਾ ਹੀ ਹੈ, ਪਰ ਸੱਚ ਇਹ ਹੈ ਵੀ ਉਹ ਆਪਣੇ ਹੰਕਾਰ ਵਿੱਚ ਹੀ ਸੜਦਾ ਰਹਿੰਦਾ ਹੈ। ਹੰਕਾਰੀ ਦੂਜੇ ਨੂੰ ਤੰਗ ਜ਼ਰੂਰ ਕਰਦਾ ਹੈ, ਪਰ ਉਹ ਸਾਰੀ ਜ਼ਿੰਦਗੀ ਆਪਣੇ ਹੰਕਾਰ ਵਿੱਚ ਸੜਦਾ ਹੀ ਰਹਿੰਦਾ ਹੈ। ਜਿਤਨੀ ਜ਼ਿਆਦੀ ਮਿਠਾਸ ਤੇ ਆਨੰਦ, ਸੁਖ, ਚੈਨ, ਟਿਕਾਰ, ਨਿਮਰਤਾ ਵਾਲੇ ਪੁਰਸ਼ ਵਿੱਚ ਹੁੰਦਾ ਨਾ, ਹੰਕਾਰੀ ਵਿੱਚ ਨਹੀਂ ਹੁੰਦਾ, ਭਾਵੇਂ ਉਹ ਰਾਜਾ ਕਿਉਂ ਨਾ ਹੋਵੇ, ਬਾਦਸ਼ਾਹ ਕਿਉਂ ਨਾ ਹੋਵੇ। ਉਹ ਆਪਣੇ ਹੰਕਾਰ ਵਿੱਚ ਹੀ ਸੜਦੇ ਰਹਿੰਦੇ ਨੇ ਸਾਰੀ ਜ਼ਿੰਦਗੀ। ਉਹਨਾਂ ਨੂੰ ਚੈਨ ਮਿਲਦਾ ਹੀ ਕੋਈ ਨਾ, ਹੰਕਾਰ ਕਦੇ ਉਹਨਾਂ ਨੂੰ ਟਿੱਕੇ ਬਹਿਣ ਦਿੰਦਾ ਹੈ। ਖੈਰ ਮਹਾਰਾਜ ਕਹਿੰਦੇ ਜਿਹੜੇ ਦਵੈਤ ਭਾਅ ਦੇ ਵਿੱਚ ਆ ਕੇ ਉਸ ਅਕਾਲ ਪੁਰਖ ਨੂੰ ਤਿਆਗ ਕੇ ਦੂਸਰਿਆਂ ਦੀ ਪੂਜਾ ਕਰਦੇ ਨੇ, ਮਾਇਆ ਪਿੱਛੇ ਲੱਗੇ ਰਹਿੰਦੇ ਨੇ, ਉਹ ਦੁਖੀ ਰਹਿੰਦੇ ਨੇ। ਤੇ ਜਿਹੜੇ ਸੱਚ ਵਿੱਚ ਰਤੇ ਜਾਂਦੇ ਨੇ ਉਹ ਦਰਗਾਹ ਵਿੱਚ ਉੱਭਰ ਜਾਂਦੇ ਹਨ। ਹਰ ਮੰਦਰ ਮਹਿ ਨਾਮ ਨਿਧਾਨ ਹੈ, ਨਾ ਬੁਝ ਹੈ ਮੁਗਧ ਗਵਾਰ। ਇਹ ਜੋ ਸਰੀਰ ਰੂਪੀ ਹਰੀ ਮੰਦਰ ਹੈ, ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਧਾਨ, ਨਾਮ ਦਾ ਖਜ਼ਾਨਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਇਹ ਸਰੀਰ ਜਿਹੜਾ ਹੈ ਇਹਦੇ ਵਿੱਚ ਨੌ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਵਸਦਾ ਹੈ। ਪਰ ਜਿਹੜੇ ਮਨਮੁਖ ਮੁਗਧ ਗਵਾਰ ਹਨ ਉਹ ਨਹੀਂ ਬੁੱਝਦੇ, ਉਹ ਨਹੀਂ ਜਾਣਦੇ। ਉਹਨਾਂ ਨੇ ਇਹ ਸਰੀਰ ਰੂਪੀ ਹਰੀ ਮੰਦਰ ਨੂੰ ਨਰਕ ਘੋਰ ਕਾ ਦੁਆਰਾ ਬਣਾ ਦਿੱਤਾ ਹੈ। ਨਰਕ ਘੋਰ ਦਾ ਦੁਆਰ ਬਣਾ ਦਿੱਤਾ ਇਹਨਾਂ ਨੇ। ਅਸੀਂ ਰਾਹ ਨਰਕਾਂ ਦਾ ਹੀ ਖੋਲ ਲਿਆ, ਕਿਉਂਕਿ ਇਸ ਸਰੀਰ ਰਾਹੀਂ ਅਜਿਹੇ ਕਰਮ ਅਸੀਂ ਕੀਤੇ ਨੇ ਕਿ ਕਿਤੇ ਇਹ ਹਰਿਮੰਦਰ ਸੀ ਤੇ ਹਰਿਮੰਦਰ ਦੇ ਵਿੱਚ ਹੀ ਜਾਣਾ ਸੀ ਇਸ ਸਰੀਰ ਦੇ ਨਾਲ, ਤੇ ਕਿਤੇ ਹੁਣ ਅਸੀਂ ਨਰਕਾਂ ਦਾ ਦੁਆਰ ਖੋਲ ਲਿਆ। ਮਨਮੁਖਾਂ ਨੇ ਇਸ ਸਰੀਰ ਦੇ ਵਿੱਚ ਰਸ ਕਸ ਤਾਂ ਭੋਗ ਲਏ, ਪਰ ਜੋ ਨਾਮ ਦਾ ਨਿਧਾਨ ਇਸ ਸਰੀਰ ਵਿੱਚ ਸੀ ਉਹਦੀ ਪ੍ਰਾਪਤੀ ਨਹੀਂ ਕੀਤੀ। ਗੁਰ ਪ੍ਰਸਾਦੀ ਚੀਨਿਆ ਹਰ ਰਾਖਿਆ ਉਰ ਤਾਰ। ਗੁਰੂ ਦੀ ਕਿਰਪਾ ਦੇ ਨਾਲ ਗੁਰਮੁਖਾਂ ਨੇ ਜਾਣ ਲਿਆ ਕਿ ਜਿਹੜਾ ਨਾਮ ਦਾ ਨਿਧਾਨ, ਨਾਮ ਦਾ ਖਜ਼ਾਨਾ ਹੈ, ਵਾਹਿਗੁਰੂ ਨੇ ਇਸ ਸਰੀਰ ਵਿੱਚ ਹੀ ਰੱਖਿਆ। ਉਹਨਾਂ ਨੇ ਜਪ ਜਪ ਕੇ ਨਾਮ ਉਹ ਨਿਧਾਨ ਦੀ ਪ੍ਰਾਪਤੀ ਕਰ ਲਈ। ਇਹਨੂੰ ਇਸ ਤਰ੍ਹਾਂ ਸਮਝ ਲਈਏ, ਜਿਹੜਾ ਖਜ਼ਾਨਾ ਵਾਹਿਗੁਰੂ ਨੇ ਇਸ ਸਰੀਰ ਵਿੱਚ ਰੱਖਿਆ ਹੋਇਆ ਹੈ ਨਾ, ਉਹਦੀ ਪ੍ਰਾਪਤੀ ਦਾ ਸਾਧਨ ਹੀ ਸਾਧਨਾ ਹੈ। ਜਦੋਂ ਚੌਂਕੜਾ ਮਾਰ ਕੇ ਵਾਹਿਗੁਰੂ 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 ਜਪੀਦਾ, ਇਹੀ ਤਰੀਕਾ ਹੈ ਇਸ ਖਜ਼ਾਨੇ ਨੂੰ ਪ੍ਰਾਪਤ ਕਰਨ ਦਾ। ਜਦੋਂ ਕੋਈ ਜਪਦਾ ਰਹਿੰਦਾ ਹੈ, ਮਹਾਰਾਜ ਕਿਰਪਾ ਕਰਕੇ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਇਹ ਨਾਮ ਦਾ ਜਿਹੜਾ ਨਿਧਾਨ ਖਜ਼ਾਨਾ ਹੈ, ਕਿੱਥੇ ਵਿਸ਼ਰਾਮ ਕਰਦਾ ਹੈ? ਭਗਤਾਂ ਦੇ ਮਨ ਵਿੱਚ। ਕਿਉਂਕਿ ਭਗਤਾਂ ਨੇ ਨਾਮ ਜਪ ਜਪ ਕੇ ਉਹ ਖਜ਼ਾਨਾ ਪ੍ਰਾਪਤ ਕਰ ਲਿਆ। ਜਿਵੇਂ ਮਾਇਆ ਦਾ ਖਜ਼ਾਨਾ ਉਦੋਂ ਹੀ ਮਿਲਦਾ ਨਾ ਜਦੋਂ ਬੰਦਾ ਕੀਰਤੀ ਹੋਵੇ। ਕਿਰਤੀ ਬੰਦਾ ਹੌਲੀ 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 ਮਾਇਆ ਜੋੜ ਲੈਂਦਾ, ਮਿਹਨਤ ਕਰ ਕਰਕੇ 4 ਟਕੇ ਜੋੜ ਲੈਂਦਾ, ਅਖੀਰ ਉਹ ਖਜ਼ਾਨੇ ਤਾਈਂ ਪਹੁੰਚ ਹੀ ਜਾਂਦਾ ਹੈ।
ਖਜ਼ਾਨਾ ਇਸ ਤਰ੍ਹਾਂ ਹੀ ਜੁੜਦਾ ਜੀ, ਹੌਲੀ ਹੌਲੀ ਬੂੰਦ ਬੂੰਦ ਨਾਲ ਸਾਗਰ ਭਰਦਾ ਰਹਿੰਦਾ ਜਦੋਂ ਕੋਈ ਮਿਹਨਤ ਕਰਦਾ ਹੈ। ਆ ਦਿੱਲੀ ਹੈ ਨਾ, ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜਫਰਨਾਮੇ ਦੇ ਵਿੱਚ ਜਦੋਂ ਔਰੰਗਜ਼ੇਬ ਨੂੰ ਲਿਖਦੇ ਨੇ ਨਾ, ਤੇ ਸਤਿਗੁਰੂ ਕਹਿੰਦੇ ਨੇ ਵੀ ਤੂੰ ਇੱਕ ਇਹੋ ਜਿਹਾ ਇਨਸਾਨ ਹੈ ਜਿਹਨੇ ਦਿੱਲੀ ਦਾ ਰਾਜ ਲੈ ਕੇ ਸਾਰਾ ਕੁਝ ਗਰਕ ਕਰ ਦਿੱਤਾ। ਤੇਰੇ ਤੋਂ ਪਹਿਲਾਂ ਰਾਜੇ ਦਲੀਪ ਵਰਗੇ ਹੋਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਦਾਲ ਬੀਜ ਕੇ ਦਿੱਲੀ ਵਰਗੇ ਸ਼ਹਿਰ ਨੂੰ ਜਨਮ ਦੇ ਦਿੱਤਾ, ਰਾਜੇ ਦਲੀਪ ਵਰਗੇ ਵੀ ਹੋਏ। ਜਿਨ੍ਹਾਂ ਨੇ ਰਾਜੇ ਨੇ ਆਪਣੇ 3 ਪੁੱਤਰਾਂ ਨੂੰ ਦੌਲਤ ਦਿੱਤੀ। ਮੈਂ ਕੇਵਲ ਸੰਖੇਪ 'ਚ ਬੇਨਤੀ ਕਰਨੀ, ਪ੍ਰਸੰਗ ਬੜਾ ਲੰਮਾ ਇਹ। ਜਦੋਂ ਮਹਾਰਾਜ ਦਿੱਲੀ ਸ਼ਹਿਰ ਦੀ ਕਥਾ ਲਿਖਦੇ ਨਾ ਵੀ ਦਿੱਲੀ ਸ਼ਹਿਰ ਕਿਵੇਂ ਬਣਿਆ, ਉਹਨੇ ਕਿਸੇ ਪੁੱਤਰ ਨੂੰ ਘੋੜੇ ਹਾਥੀ ਦੇ ਦਿੱਤੇ, ਕਿਸੇ ਨੂੰ ਫੌਜਾਂ ਦੇ ਦਿੱਤੀਆਂ, ਦੌਲਤ ਦੇ ਦਿੱਤੀ ਵੀ ਤੁਸੀਂ ਕੁਝ ਕਰਕੇ ਵਿਖਾਓ, ਮੈਨੂੰ ਪਤਾ ਲੱਗੇ ਵੀ ਤੁਸੀਂ ਮੇਰੇ ਰਾਜ ਦੇ ਅਧਿਕਾਰੀ ਹੈ ਕਿ ਨਹੀਂ। ਤੇ ਜਿਹੜਾ ਸਭ ਤੋਂ ਛੋਟਾ ਪੁੱਤਰ ਸੀਗਾ, ਉਹਨੂੰ ਕੀ ਕੀਤਾ ਵੀ ਉਹਨਾਂ ਨੇ ਇੱਕ ਦਾਲ ਦਾ ਦਾਣਾ ਦੇ ਦਿੱਤਾ, ਆਖਿਆ ਵੀ ਇਹਦੇ ਤੋਂ ਕਮਾਈ ਕਰ। ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਉਹ ਗਿਆ ਤੇ ਦਾਣੇ ਜਿਹੜੇ ਸਨ ਅੱਧੇ ਅੱਧੇ ਸਨ, ਇੱਕ ਚਣਾ ਸੀ ਇੱਕ ਦਾਲ ਸੀ। ਕਹਿੰਦੇ ਉਹਨੇ ਜਾ ਕੇ ਸਾਬਤ ਦਾਣਾ ਲਿਆ, ਸਾਬਤ ਦਾਣਾ ਲੈ ਕੇ ਇੱਕ ਬੀਜ ਬੀਜ ਦਿੱਤਾ ਤੇ ਖੁਦਾ ਕੋਲ ਅਰਦਾਸਾਂ ਕਰਦਾ ਵੀ ਉੱਗ ਪਏ। ਹੌਲੀ ਹੌਲੀ ਕਹਿੰਦੇ ਉਹ ਦਾਲ ਦਾ ਜਿਹੜਾ ਬੂਟਾ ਸੀ ਉੱਗ ਪਿਆ। ਉਹ ਜਿਹੜੇ ਉਹਦੇ ਤੇ ਬੀਜ ਲੱਗੇ ਸਨ ਉਹਨੇ ਹੋਰ ਬੀਜ ਦਿੱਤੇ, ਉੱਥੋਂ ਹੋਰ ਦਾਲ ਬਣ ਗਈ। ਇਸ ਤਰ੍ਹਾਂ ਕਰਦਿਆਂ 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 ਉਹਨੇ ਬਹੁਤ ਸਾਰਾ ਧਨ ਇਦਾਂ ਇਕੱਠਾ ਕਰ ਲਿਆ ਤੇ ਉਹਨੇ ਫਿਰ ਦਿੱਲੀ ਸ਼ਹਿਰ ਵਸਾਇਆ। ਦਾਲ ਦਿੱਲੀ ਸ਼ਹਿਰ ਵਸਾਇਆ। ਮਹਾਰਾਜ ਕਹਿੰਦੇ ਕਿਸੇ ਨੇ ਦਾਲ ਦੇ ਛੋਟੇ ਜਿਹੇ ਬੀਜ ਤੋਂ ਦਿੱਲੀ ਸ਼ਹਿਰ ਵਸਾ ਦਿੱਤਾ ਤੇ ਤੂੰ ਗਰਕ ਕਰ ਦਿੱਤਾ। ਤੇਰੇ ਵਰਗਾ ਜਿਹੜਾ ਇਨਸਾਨ ਇਸ ਦਿੱਲੀ ਸ਼ਹਿਰ ਦੇ ਵਿੱਚ ਰਾਜ ਕਰਨ ਦੇ ਲਾਇਕ ਨਹੀਂ। ਕਿਸੇ ਨੇ ਦਾਲ ਦਾ ਬੀਜ ਬੀਜ ਕੇ ਧਨ ਇਕੱਠਾ ਕਰਕੇ ਦਿੱਲੀ ਵਸਾ ਦਿੱਤੀ ਤੇ ਤੇਰੇ ਵਰਗੇ ਨੇ ਦਿੱਲੀ ਗਰਕ ਕਰ ਦਿੱਤੀ। ਹੁਣ ਵੀ ਜਿੰਨੇ ਮੰਤਰੀ ਸੰਤਰੀ ਬੈਠੇ ਨੇ ਦਿੱਲੀ ਗਰਕੀ ਕੀਤੀ ਇਹਨਾਂ ਨੇ। ਸਾਡਾ ਦੇਸ਼ ਸਾਰਾ ਜਿਹੜਾ ਕਿਤੇ ਅਗਾਂਹ ਜਾਂਦਾ ਸੀ, ਕਿਤੇ ਇਹੋ ਜਿਹਾ ਸਮਾਂ ਸੀ ਈਸਟ ਇੰਡੀਆ ਵਰਗੀਆਂ ਕੰਪਨੀਆਂ ਇੱਥੇ ਵਪਾਰ ਕਰਨ ਆਉਂਦੀਆਂ ਸਨ, ਹੁਣ ਸਾਡੇ ਵਾਲੇ ਜਾਂਦੇ ਨੇ। ਸਾਡਾ ਅੱਧਾ ਪੰਜਾਬ ਤਾਂ ਬਾਹਰ ਨੂੰ ਦੌੜ ਗਿਆ। ਹਾਲਾਤ ਵੇਖ ਕੇ ਹੀ ਗਿਆ ਨਾ, ਇੱਥੇ ਨਹੀਂ ਰਹਿਣਾ। ਇੰਨੀ ਕਰਪਸ਼ਨ ਹੈ ਹਰ ਪਾਸੇ, ਸੜਕ ਤੋਂ ਲੈ ਕੇ ਸਰਕਾਰੇ ਦਰਬਾਰੇ ਤੱਕ ਇਹੀ ਹਾਲ ਹੈ। ਸਤਿਗੁਰੂ ਕਲਗੀਧਰ ਮਹਾਰਾਜ ਉੱਥੇ ਰਾਜਨੀਤਿਕ ਪੱਖ ਦੇ ਵਿੱਚ ਵੀ ਇਸ਼ਾਰਾ ਕਰਦੇ, ਨੀਤੀ ਦੀ ਗੱਲ ਸਮਝਾਉਂਦੇ ਨੇ। ਕਿਸੇ ਨੇ ਦਾਲ ਤੋਂ ਦਿੱਲੀ ਵਰਗੇ ਸ਼ਹਿਰ ਵਸਾ ਦਿੱਤੇ ਤੇ ਤੇਰੇ ਵਰਗੇ ਰਾਜਨੀਤਿਕ ਇਨਸਾਨ ਨੇ ਸਾਰਾ ਕੁਝ ਗਰਕ ਕਰ ਦਿੱਤਾ। ਸਾਧ ਸੰਗਤ ਜੀ, ਧਨ ਦੌਲਤ ਇਕੱਠੀ ਇਸੇ ਤਰ੍ਹਾਂ ਹੁੰਦੀ ਬੂੰਦ ਬੂੰਦ ਕਰਕੇ। ਜਿਹੜਾ ਪਰਮੇਸ਼ਰ ਨੇ ਨਾਮ ਦਾ ਨਿਧਾਨ ਸਾਡੇ ਸਰੀਰ ਵਿੱਚ ਰੱਖਿਆ, ਉੱਥੇ ਕੋਈ ਵੱਡਾ ਡੱਬਾ ਨਹੀਂ ਪਿਆ ਹੋਇਆ ਅੰਦਰ ਵੀ ਉਹਦੇ ਵਿੱਚ ਉਹ ਖਜ਼ਾਨਾ ਪਿਆ ਹੋਇਆ। ਉਹਨਾਂ ਨੇ ਸਾਨੂੰ ਇਹ ਦਾਤ ਦੇ ਕੇ ਹੀ ਦੁਨੀਆ ਦੇ ਵਿੱਚ ਭੇਜਿਆ। ਜਪੋ ਤਾਂ ਏਕੋ ਨਾਮਾ, ਸਮਝਾਇਆ ਨਾਮ ਜਪੋ। ਜਿਉਂ-ਜਿਉਂ ਜਪੋਗੇ ਇਹ ਨਾਮ ਦਾ ਨਿਧਾਨ ਤੁਹਾਨੂੰ ਪ੍ਰਾਪਤ ਹੋਵੇਗਾ। ਇਹ ਧਨ ਅਸੀਂ ਜੋੜਦੇ ਜਾਵਾਂਗੇ। ਵਾਹਿਗੁਰੂ ਵਾਹਿਗੁਰੂ ਕਰਦਿਆਂ, ਰੋਜ਼ ਸਤ ਸੰਗਤ ਕਥਾ ਕੀਰਤਨ ਸੁਣਦਿਆਂ ਇਹ ਜੁੜਦਾ ਜਾਏਗਾ, ਖਜ਼ਾਨਾ ਜੁੜਦਾ ਜਾਏਗਾ। ਹੈ ਦੇਹੀ ਵਿੱਚ। ਦੇਹੀ ਵਿੱਚ ਇਸ ਕਰਕੇ ਆਖਿਆ ਹੈ ਕਿਉਂਕਿ ਇੱਕ ਸਰੀਰੀ ਸਾਧਨ ਹੈ ਨਾਮ ਜਪਣ ਦਾ। ਸਰੀਰ ਦੁਆਰਾ ਹੀ ਜਪਿਆ ਜਾ ਸਕਦਾ। ਕੀਰਤਨ ਸਰੀਰ ਦੁਆਰਾ ਹੋਣਾ ਹੈ, ਕਥਾ ਸਰੀਰ ਦੁਆਰਾ ਹੋਣੀ ਹੈ, ਬਾਣੀ ਸਰੀਰ ਦੁਆਰਾ ਪੜ੍ਹੀ ਜਾਣੀ ਹੈ। ਇਹ ਸਾਰੇ ਸਾਧਨ ਸਰੀਰ ਦੁਆਰਾ ਹੋਣੇ ਨੇ। ਪਰਮੇਸ਼ਰ ਨੇ ਸਰੀਰ ਹੀ ਸਾਨੂੰ ਇਸੇ ਕਰਕੇ ਦਿੱਤਾ। ਐਵੇਂ ਨਹੀਂ ਆਖਿਆ ਜੀ ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬਲਿਆ।
ਇਹ ਸਰੀਰ ਨੂੰ ਹੀ ਉਹਨੇ ਖਜ਼ਾਨਾ ਬਣਾ ਦਿੱਤਾ ਨਾਮ ਦਾ। ਤੇਰਾ ਸਰੀਰ ਹੀ ਨਾਮ ਦਾ ਖਜ਼ਾਨਾ ਹੈ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਚੌਂਕੜਾ ਮਾਰ ਕੇ ਪਰਮੇਸ਼ਰ ਦੇ ਨਾਮ ਦੀ ਸਾਧਨਾ ਕਰ, ਇਹ ਸਰੀਰ ਵਿੱਚੋਂ ਹੀ ਤੈਨੂੰ ਪ੍ਰਾਪਤ ਹੋ ਜਾਣਾ ਹੈ। ਜਪਦਿਆਂ ਜਪਦਿਆਂ ਇੱਕ ਦਿਨ ਤੇਰੇ ਸਰੀਰ ਦੇ ਰੋਮ ਰੋਮ ਵਿੱਚੋਂ ਪਰਮੇਸ਼ਰ ਦਾ ਨਾਮ ਪ੍ਰਗਟ ਹੋ ਜਾਣਾ ਹੈ। ਜੈਸੇ ਬਚਨ ਆਉਂਦਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰਮੁਖਾਂ ਦੇ ਸਰੀਰ ਦਾ ਇੱਕ ਇੱਕ ਰੋਮ ਪਰਮੇਸ਼ਰ ਦਾ ਨਾਮ ਜਪਦਾ, ਨਾਮ ਆਰਾਧਦਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਹ ਸਰੀਰ ਜਿਹੜਾ ਹੈ ਇਹ ਹਰੀ ਦਾ ਮੰਦਰ, ਇਹਦੇ ਵਿੱਚ ਹੀ ਨਾਮ ਦਾ ਨਿਧਾਨ, ਨਾਮ ਦਾ ਖਜ਼ਾਨਾ ਹੈ। ਪਰ ਜਿਹੜੇ ਮਨਮੁਖ ਮੁਕਤ ਗਵਾਰ ਜੀਵ ਨੇ ਇਹਨੂੰ ਜਾਣਦੇ ਨਹੀਂ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ। ਗੁਰ ਪ੍ਰਸਾਦੀ ਚੀਨਿਆ ਹਰ ਰਾਖਿਆ ਔਰ ਧਾਰ। ਜਿਹੜਾ ਨਾਮ ਦਾ ਨਿਧਾਨ ਸਾਡੇ ਸਰੀਰ ਵਿੱਚ ਆ, ਗੁਰੂ ਦੀ ਕਿਰਪਾ ਦੇ ਨਾਲ ਗੁਰਮੁਖਾਂ ਨੇ ਜਾਣ ਲਿਆ। ਜਿਨ੍ਹਾਂ ਨੇ ਜਾਣ ਲਿਆ ਉਹਨਾਂ ਨੇ ਫਿਰ ਸਦਾ ਹੀ ਇਸ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਨਾਮ ਦੀ ਕੀਮਤ ਕੀ, ਕਿਉਂਕਿ ਜਿਸ ਚੀਜ਼ ਦੀ ਕੀਮਤ ਸਾਨੂੰ ਪਤਾ ਲੱਗੇ ਅਸੀਂ ਉਹਦੀ ਸੰਭਾਲਣਾ ਕਰਦੇ ਹਾਂ, ਉਹਨੂੰ ਵਿਅਰਥ ਨਹੀਂ ਜਾਣ ਦਿੰਦੇ। ਜਿਨ੍ਹਾਂ ਨੂੰ ਸਰੀਰ ਦੀ ਸਮਝ ਪੈ ਗਈ ਕਿ ਅਮੋਲਕ ਦੁਲੰਭ ਜਨਮ ਹੈ, ਉਹਨਾਂ ਨੇ ਸੰਭਾਲਿਆ ਉਹਨਾਂ ਨੇ ਨਾਮ ਜਪ ਕੇ, ਬੰਦਗੀ ਕਰਕੇ। ਇੱਕ ਮੁਸਲਮਾਨ ਸੂਫੀ ਸੰਤ ਹੋਇਆ ਜੀ, ਮਾਲਾ ਫੇਰਦਾ ਸੀ ਰੋਜ਼। ਕਹਿੰਦੇ ਊਂਠਾਂ ਦਾ ਕਾਫਲਾ ਉਹਦੇ ਨਾਲ ਤੁਰਦਾ ਹੁੰਦਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ। ਉਹ ਲਿਖਦਾ, ਕਹਿੰਦੇ ਇੱਕ ਦਿਨ ਮੇਰਾ ਜੀ ਕੀਤਾ ਵੀ ਚਲੋ ਅੱਜ ਐਤਵਾਰ ਹੈ ਤੇ ਆਪਾਂ ਅੱਜ ਆਰਾਮ ਕਰ ਲਏ। ਮੈਂ ਜਦੋਂ ਕੈਨੇਡਾ ਸੀ ਉੱਥੇ ਵਿਚਰਦਿਆਂ ਮੈਨੂੰ ਕਈਆਂ ਨੇ ਆਖਿਆ, ਔਰ ਇਹ 13-14 ਸਾਲਾਂ ਵਿੱਚ ਮੈਂ ਕਈ ਵਾਰੀ ਗੱਲ ਸੁਣੀ, ਕਹਿੰਦੇ ਬਾਬਾ ਜੀ ਐਤਵਾਰ ਗੁਰਦੁਆਰੇ ਛੁੱਟੀ ਹੁੰਦੀ ਹੈ, ਐਤਵਾਰ ਤੁਹਾਨੂੰ ਛੁੱਟੀ ਹੁੰਦੀ ਹੈ। ਮੈਂ ਵੀ ਗੁਰੂ ਘਰ ਇਹ ਕੋਈ ਕਿਰਤ ਦਾ ਸਾਧਨ ਥੋੜਾ ਹੈ, ਇਹ ਕੋਈ ਸਟੋਰ ਥੋੜਾ ਹੈ ਵੀ ਜਿਹੜਾ ਤੁਸੀਂ ਐਤਵਾਰ ਬੰਦ ਕਰ ਦਿਓਗੇ। ਇਹ ਤਾਂ ਰੱਬ ਦਾ ਘਰ ਹੈ, ਇਹ ਤਾਂ ਬੰਦ ਹੁੰਦਾ ਹੀ ਨਹੀਂ, ਇਹ ਤਾਂ ਖੁੱਲਿਆ ਰਹਿੰਦਾ। ਇੱਥੇ ਛੁੱਟੀ ਨਹੀਂ ਹੁੰਦੀ, ਇੱਥੇ ਛੁੱਟਦਾ ਜ਼ਰੂਰ ਹੈ ਮਨੁੱਖ ਜਦੋਂ ਆਉਂਦਾ ਹੈ ਨਾ, ਜੀਵਨ ਮੁਕਤ ਕਰੇ ਉਡੀਣਾ। ਇੱਥੇ ਬੰਧਨ ਜ਼ਰੂਰ ਟੁੱਟ ਜਾਂਦੇ ਨੇ ਪਰ ਛੁੱਟੀ ਨਹੀਂ ਹੁੰਦੀ। ਜਿਹੜਾ ਇੱਥੋਂ ਛੁੱਟੀ ਲੈ ਗਿਆ ਉਹ ਬੰਧਨਾਂ 'ਚ ਫਸ ਜਾਂਦਾ, ਫਿਰ ਉਹ ਕਦੇ ਛੁੱਟਦਾ ਕੋਈ ਨਹੀਂ। ਜਿਹਨੇ ਇੱਥੋਂ ਛੁੱਟੀ ਲੈ ਲਈ ਉਹ ਨਹੀਂ ਕਦੇ ਫਿਰ ਛੁੱਟਦਾ। ਕਹਿੰਦੇ ਐਤਵਾਰ ਛੁੱਟੀ ਹੁੰਦੀ, ਫਿਰ ਹੋਣੀ ਚਾਹੀਦੀ ਹੈ। ਆਪ ਜੀ ਨੂੰ ਇਸ ਗੱਲ ਦੀ ਗਿਆਤ ਹੋਵੇਗੀ, ਜਿਹੜਾ ਕ੍ਰਿਸਚਨ ਮਜ਼ਹਬ ਹੈ ਉਹਦੇ ਵਿੱਚ ਇਹ ਗੱਲ ਲਿਖੀ ਗਈ ਹੈ ਵੀ ਖੁਦਾ ਨੇ ਮਨੁੱਖ ਬਣਾਏ, ਇੱਕ ਦਿਨ ਪਸ਼ੂ ਬਣਾਏ, ਪੰਛੀ ਬਣਾਏ, 6 ਦਿਨ ਦੁਨੀਆ ਬਣਾਉਂਦਾ ਰਿਹਾ ਤੇ 7ਵੇਂ ਦਿਨ ਥੱਕ ਗਿਆ ਤੇ ਐਤਵਾਰ ਬਣ ਗਿਆ। ਇਹ ਗੱਲ ਲਿਖੀ ਗਈ ਹੈ ਜੀ, ਇਹ ਕੋਈ ਸੁਣੀ ਸੁਣਾਈ ਨਹੀਂ। ਉਥੋਂ ਐਤਵਾਰ ਫਿਰ ਲੋਕ ਛੁੱਟੀ ਕਰਦੇ। ਅਸਲ ਵਿੱਚ ਇਹ ਸੂਰਜ ਦਾ ਦਿਨ ਮੰਨਿਆ ਜਾਂਦਾ ਹੈ। ਇੱਕ ਇੱਕ ਦਿਨ ਜਿਹੜਾ ਹੈ ਨਾ, ਈਸਾਈ ਮਤ ਵਾਲੇ ਵੀ ਇਹਨਾਂ ਚੀਜ਼ਾਂ ਦੇ ਵਹਿਮਾਂ ਭਰਮਾਂ 'ਚ ਨੇ। ਇਹ ਜਿਹੜਾ ਐਤਵਾਰ ਹੈ ਨਾ, ਇੰਗਲਿਸ਼ ਵਿੱਚ ਇਹਨੂੰ ਸੰਡੇ ਕਹਿੰਦੇ ਨੇ, ਸੰਡੇ, ਸੂਰਜ ਦਾ ਦਿਨ। ਐਤ ਸ਼ਬਦ ਜਿਹੜਾ ਹੈ, ਐਤ ਦਾ ਅਰਥ ਸੂਰਜ ਹੁੰਦਾ, ਸੂਰਜ ਦਾ ਵਾਰ। ਸੋਮਵਾਰ ਸੋਮ ਨਾਮ ਚੰਦਰਮੇ ਦਾ ਹੁੰਦਾ, ਮੰਡੇ ਮੂਨ ਡੇ ਚੰਦਰਮੇ ਦਾ ਦਿਨ, ਚੰਦਰਮੇ ਦਾ ਦਿਨ ਮੰਨਿਆ ਜਾਂਦਾ। ਇਹ ਸਾਰੇ ਦਿਨਾਂ ਦੇ ਨਾਂ ਚਾਹੇ ਅਸੀਂ ਸਾਡੇ ਦੇਸ਼ ਦੀ ਸੰਸਕ੍ਰਿਤੀ ਦੇ ਮੁਤਾਬਕ ਭਾਵੇਂ ਮੰਨ ਲਈਏ ਤੇ ਚਾਹੇ ਤੁਸੀਂ ਇੰਗਲਿਸ਼ ਵਿੱਚ ਇਹਨਾਂ ਦੇ ਨਾਂ ਨੇ ਜਿਹੜੇ ਨੇ ਉਹਦਾ ਅਨੁਵਾਦ ਕਰ ਲਓ, ਇਹ ਸਾਰੇ ਗ੍ਰਹਿਾਂ ਦੇ ਨਾਂ ਤੇ ਹੀ ਨੇ। ਉਹ ਵੀ ਇਸ ਚੀਜ਼ ਦਾ ਵਹਿਮ ਭਰਮ ਮੰਨਦੇ ਨੇ। ਅਸਲ ਦੇ ਵਿੱਚ ਉਹ ਫਕੀਰ ਸੰਤ ਕਹਿੰਦਾ ਵੀ ਐਤਵਾਰ ਆ ਗਿਆ, ਕਹਿੰਦਾ ਮੈਂ ਸੋਚਿਆ ਵੀ ਚਲੋ ਅੱਜ ਆਪਾਂ ਕਾਹਨੂੰ ਨਮਾਜ਼ ਪੜ੍ਹਨੀ ਹੈ, ਕਾਹਨੂੰ ਤਸਬੀਹ ਫੇਰਨੀ, ਰੋਜ਼ ਫੇਰਦੇ ਹੀ ਆ, ਇੱਕ ਦਿਨ ਛੁੱਟੀ ਕਰ ਲੈਂਦੇ। ਕਹਿੰਦੇ ਘੜਿਆਲ ਖੜਕ ਪਿਆ,
ਜਦੋਂ ਸਵੇਰ ਹੁੰਦੀ ਸੀ ਨਾ, ਜਿਹੜੇ ਲੋਕ ਊਂਠਾਂ ਦਾ ਕਾਫਲਾ ਲੈ ਕੇ ਜਾਂਦੇ ਸਨ, ਉਹ ਸਵੇਰੇ ਘੜਿਆਲ ਵਜਾਉਂਦੇ ਸਨ ਵੀ ਉੱਠ ਪਓ ਵੀ ਹੁਣ ਚੱਲਣਾ ਆਪਾਂ। ਚੱਲਣ ਦਾ ਘੜਿਆਲ ਵੱਜਦਾ। ਉਹ ਸੂਫੀ ਸੰਤ ਕਹਿੰਦਾ ਘੜਿਆਲ ਵੱਜ ਪਿਆ ਤੇ ਆਪਾਂ ਉੱਠ ਕੇ ਬਹਿ ਗਏ, ਮਾਲਾ ਲੈ ਕੇ ਫਿਰ ਬਹਿ ਗਏ। ਕਹਿੰਦੇ ਮੈਂ ਸੁਣਿਆ ਜੀ ਫਲਾਣਾ ਬਾਦਸ਼ਾਹ ਚਲਾ ਗਿਆ ਦੁਨੀਆ ਤੋਂ, ਫਲਾਣਾ ਰਿਸ਼ਤੇਦਾਰ ਦੁਨੀਆ ਤੋਂ ਚਲਾ ਗਿਆ। ਪਹਿਲਾ ਮਨ ਆਲਸੀ ਹੋਇਆ ਮੇਰਾ ਵੀ ਛੱਡੋ, ਅੱਜ ਕਾਹਨੂੰ ਨਮਾਜ਼ ਪੜ੍ਹਨੀ, ਵੀ ਅੱਜ ਛੁੱਟੀ ਮਾਰਦੇ ਆ, ਅੱਜ ਰਹਿਣੀ ਦਿੰਦੇ ਆ ਨਿਤਨੇਮ ਆਪਾਂ। ਪਰ ਕਹਿੰਦੇ ਕੰਨਾਂ ਵਿੱਚ ਘੜਿਆਲ ਦੀ ਆਵਾਜ਼ ਪਈ ਕਿ ਫਲਾਣਾ ਚਲਾ ਗਿਆ, ਆਪਾਂ ਫਿਰ ਮਾਲਾ ਲੈ ਕੇ ਬਹਿ ਗਏ। ਕਿਤੇ ਨਾ ਹੋਵੇ ਪਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਜਿਹੜਾ ਗਵਾਂਢੀਆਂ ਦੇ ਘਰ ਹੋਇਆ ਕਿਤੇ ਤੇਰੇ ਨਾਲ ਹੀ ਨਾ ਵਰਤ ਜਾ। ਕਹਿੰਦੇ ਆਪਾਂ ਫਿਰ ਲੈ ਕੇ ਮਾਲਾ ਤਸਬੀਹ ਖੁਦਾ ਖੁਦਾ ਕਰਨ ਲੱਗ ਪਏ। ਉਹ ਜਿਹੜੀ ਘੜਿਆਲ ਦੀ ਆਵਾਜ਼ ਹੈ ਨਾ, ਉਹਨੇ ਉਠਾ ਦਿੱਤਾ ਮੈਨੂੰ। ਗੁਰਬਾਣੀ ਵੀ ਉਹ ਘੜਿਆਲ ਸਾਨੂੰ ਸੁਣਾਉਂਦੀ ਹੈ ਰੋਜ਼, ਜਗ ਹੋ ਜਾਗੋ ਸੂਤਿਓ ਚਲਿਆ ਵਣਜਾਰਾ। ਜਦੋਂ ਕੋਈ ਸਰੀਰ ਛੱਡਦਾ ਨਾ, ਮਹਾਰਾਜ ਕਹਿੰਦੇ ਇੱਕ ਵਣਜਾਰਾ ਜਾ ਰਿਹਾ ਦੁਨੀਆ ਤੋਂ, ਤੂੰ ਵੀ ਸੁੱਤਿਓ ਜਾਗ ਪਾਓ, ਕਿਉਂਕਿ ਅੱਜ ਉਹ ਜਾ ਰਿਹਾ, ਹੋ ਸਕਦਾ ਕੱਲ ਨੂੰ ਉੱਥੇ ਆਪਾਂ ਵੀ ਜਾਂਦੇ ਹੋਈਏ। ਫਿਰ ਸਾਡੇ ਪਿੱਛੇ ਵੀ ਕੋਈ 20-50 ਬੰਦੇ ਹੋਣਗੇ, ਉਹ ਵੀ ਸੋਚਦੇ ਹੋਣਗੇ ਵੀ ਇਹ ਚਲਾ ਗਿਆ ਤੇ ਆਪਾਂ ਵੀ ਚਲੇ ਜਾਣਾ। ਕਿਤੇ ਮੈਂ ਸੋਚਦਾ ਸੀ ਕਿ ਉਹ ਚਲਾ ਗਿਆ, ਮੈਂ ਚਲਿਆ ਜਾਣਾ, ਤੇ ਕਿਤੇ ਉਸੇ ਥਾਂ ਤੇ ਮੇਰੇ ਵਰਗਾ ਜਾ ਪਿਆ ਤੇ ਪਿੱਛੇ ਫਿਰ ਹੋਰ 4 ਤੁਰੇ ਜਾਂਦੇ ਸਨ। ਉਹ ਸੋਚਦੇ ਹੋਣੇ ਨੇ ਇਹ ਚਲਾ ਗਿਆ ਤੇ ਅਸਾਂ ਵੀ ਚਲਿਆ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ, ਭਾਈ ਜਿਨ੍ਹਾਂ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਾਣ ਲਿਆ, ਉਹਨਾਂ ਨੂੰ ਕੀਮਤ ਪੈ ਗਈ ਕਿ ਇਹ ਸਰੀਰ ਜੇ ਮਿਟ ਗਿਆ ਤੇ ਫਿਰ ਨਹੀਂ ਜਪਿਆ ਜਾਣਾ। ਸਰੀਰ ਦੇ ਹੁੰਦਿਆਂ ਹੁੰਦਿਆਂ ਇਸ ਨਾਮ ਦੀ ਸੰਭਾਲਣਾ ਕਰ ਲਈਏ। ਉੱਠੇ ਪੈਰ ਰੋਮ ਰੋਮ ਕਰਕੇ ਉਹਦਾ ਨਾਮ ਜਪਦੇ, ਉਹਦੀ ਆਰਾਧਨਾ ਕਰਦੇ ਨੇ। ਮਹਾਰਾਜ ਜੀ ਕਹਿੰਦੇ ਨੇ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਜਿਹੜੀ ਬਾਣੀ ਹੈ, ਜਿਹੜੀ ਗੁਰੂ ਦੀ ਬਾਣੀ ਹੈ, ਉਹ ਗੁਰੂ ਤੋਂ ਅਸੀਂ ਜਾਣੀ ਹੈ। ਤੇ ਜਿਨ੍ਹਾਂ ਨੇ ਇਸ ਬਾਣੀ ਨੂੰ ਜਾਣਿਆ, ਉਹਨਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਆਪਣਾ ਪ੍ਰੇਮ ਜੋੜ ਦਿਆ। ਇਹ ਪੰਕਤੀ ਔਰ ਸ਼ਬਦ ਦੇ ਕਰੀਬਨ 11 ਬੰਦ ਨੇ। ਇਹਦੇ ਆਮ ਕਰਕੇ ਅਸ਼ਟਪਦੀਆਂ 8 ਬੰਦਾਂ ਵਾਲੀਆਂ ਹੁੰਦੀਆਂ ਨੇ। ਇਹ ਜਿਹੜੀ ਅਸ਼ਟਪਦੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ, ਇਹਦੇ ਕਰੀਬਨ 11 ਬੰਦ ਨੇ। ਤੋ ਕਰੀਬਨ 7 ਬੰਦ ਜਿਹੜੇ ਨੇ ਇੱਥੇ ਤਾਈਂ ਆਪਾਂ ਵਿਚਾਰ ਸਰਵਣ ਕੀਤੀ ਹੈ, ਤੇ 4 ਕੁ ਬੰਦ ਵਿਸ਼ੇਸ਼ ਨੇ। ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਕੇ ਸ਼ਬਦ ਦੀ ਸਮਾਪਤੀ ਕਰਾਂਗੇ। ਵਿਚਾਰਾਂ ਕਰਦਿਆਂ ਬੋਲਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰ ਦੇਣੀ। ਸਤਿਗੁਰੂ ਜੀ ਸਾਧ ਸੰਗਤ ਬਖਸ਼ਣ ਯੋਗ ਹੈ, ਕਿਉਂਕਿ ਗੁਰੂ ਦੀ ਕਿਰਪਾ ਰਹਿਮਤ ਤੇ ਸੰਗਤ ਦਾ ਆਸ਼ੀਰਵਾਦ ਹੋਵੇ, ਸੰਗਤ ਦੀ ਦਇਆ ਹੋਵੇ, ਤਰਸ ਹੋਵੇ, ਤੇ ਉਹਦੇ ਕਰਕੇ ਹੀ ਗੁਰਬਾਣੀ ਦੀ ਵਿਚਾਰ ਕੀਤੀ ਜਾ ਸਕਦੀ ਹੈ। ਕੋਈ ਇਨਸਾਨ ਰੱਬ ਦੇ ਘਰ ਦੇ ਵਿੱਚ ਆਪਣੀ ਸਿਆਣਪ ਚਤੁਰਾਈ, ਆਪਣੀ ਵਿਦਵਤਾ ਨਹੀਂ ਚਾੜ ਸਕਦਾ। ਇਹ ਸੰਗਤ ਦੀਆਂ ਅਸੀਸਾਂ ਆਸ਼ੀਰਵਾਦ ਹੋਵਣ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਹੋਣ, ਤੇ ਉਦੋਂ ਹੀ ਮਹਾਰਾਜ ਦਇਆ ਕਿਰਪਾ ਕਰਦੇ ਨੇ। ਹਮੇਸ਼ਾ ਸਾਰੀ ਸੰਗਤ ਨੇ ਦਇਆ ਬਣਾਈ ਰੱਖਣੀ। ਸਤਿਗੁਰਾਂ ਦੇ ਚਰਨਾਂ ਵਿੱਚ ਵੀ ਇਹੀ ਅਰਜ਼ ਹੈ, ਸਤਿਗੁਰੂ ਰਹਿਮਤ ਕਰਦੇ ਰਹਿਣ, ਆਪਣੀ ਬਾਣੀ ਦੀ ਵਿਚਾਰ ਮਹਾਰਾਜ ਆਪ ਕਰਾ ਲੈਣ। ਵਰਨਾ ਸਾਡੇ ਜਿਹੇ ਤੁਛ ਬੁੱਧੀ ਵਾਲੇ ਜੀਵ ਇਤਨੀ ਸਮਰੱਥਾ ਕਿੱਥੇ ਰੱਖਦੇ ਨੇ ਕਿ ਮਹਾਰਾਜ ਜੀ ਦੀ ਐਸੀ ਅਗਾਧ ਬੁੱਧ ਬਾਣੀ ਨੂੰ ਵਿਚਾਰ ਸਕਣ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਪਾਸੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਦੀ ਪ੍ਰਾਪਤੀ ਕਰੀਏ। ਹਰ ਮੰਦਰ ਮਹਿ ਨਾਮ ਨਿਧਾਨ ਹੈ, ਨਾ ਬੁਝ ਹੈ ਮੁਗਧ ਗਵਾਰ। ਗੁਰ ਪ੍ਰਸਾਦੀ ਚੀਨਿਆ, ਹਰ ਰਾਖਿਆ ਉਰ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ